ਮੈਂ ਸੱਚ ਕਹਾਣੀ ਦੱਸਦਾ ਹਾਂ ਤੇ ਧੀਆਂ ਕਰਕੇ ਵਸਦਾ ਹਾਂ। ਇਹ ਰੱਬ ਵੱਲ ਮੂੰਹ ਕਰ ਹੱਸਦੀ ਸੀ ਤੇ ਗੂਠਾ ਜਾਂਦੀ ਚੱਬੀ ਸੀ। ਆ ਜਿਹੜੀ ਧੀ ਮੇਰੀ ਅੱਜ ਜੱਜ ਬਣੀ, ਇਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ। ਅੱਜ ਵੀ ਜਦੋਂ ਕਿਤੇ ਸੁਣੀਦਾ ਵੀ ਫਲਾਨੀ ਕੁੜੀ ਨੇ ਆਈਲੈਟਸ ਕੀਤਾ, 8 ਬੈਂਡ ਆਏ ਆ, ਹਨਾ। ਪਹਿਲਾਂ ਲੋਕ ਦਾਜ ਮੰਗਦੇ ਹੁੰਦੇ ਸੀ, ਦਾਜ ਮੰਗਦੇ ਸੀ। ਜਦੋਂ ਕਿਸੇ ਮੁੰਡੇ ਨੂੰ 15 ਕਿੱਲੇ 20 ਕਿੱਲੇ ਆਉਣੇ ਵੀ ਸਕੋਰਪੀਓ ਗੱਡੀ ਲਿਆਵਾਂਗੇ, ਫਲਾਨੀ ਗੱਡੀ ਲਵਾਂਗੇ, ਪਰ ਅੱਜ ਉਹ ਕੋਲੋਂ ਪੈਸੇ ਲਾ ਰਹੇ ਨੇ। ਇਸ ਕਰਕੇ ਮੈਂ ਇਹ ਲਿਖਿਆ ਸੀ ਕਿ ਵੀ ਧੀਆਂ ਨੂੰ ਮਾਰਨਾ ਗਲਤ ਆ, ਕਿਸੇ ਨੂੰ ਵੀ ਮਾਰਨਾ ਗਲਤ ਆ। ਕਹਿੰਦੇ ਜਦੋਂ ਬਾਬਲ ਦੀ ਧੀ ਮੁਟਿਆਰ ਹੁੰਦੀ, ਉਹਨੂੰ ਵਿਆਹੁਣ ਦੀਆਂ ਸਲਾਹਾਂ ਬਣਦੀਆਂ ਨੇ। ਬਾਪੂ ਕਹਿੰਦਾ ਇਹਦਾ ਛੇਤੀ ਛੇਤੀ ਵਿਆਹ ਕਰੀਏ, ਡੋਲੀ ਪਾਉਣ ਦੀਆਂ ਸਲਾਹਾਂ ਬਣਦੀਆਂ ਨੇ। ਮਾਂ ਬਣਾਉਂਦੀ ਹੈ ਧੀ ਲਈ ਵਰੀ ਸੋਹਣੀ, ਮਹਿੰਦੀ ਲਾਉਣ ਦੀਆਂ ਸਲਾਹਾਂ ਬਣਦੀਆਂ ਨੇ। ਪਰ ਲੱਕੀ ਸ਼ਾਹ ਉੱਥੇ ਫਿਰ ਰੱਬ ਵੀ ਰੋਂਦਾ ਹੈ ਜਦੋਂ ਦਾਜ ਪਿੱਛੇ ਅੱਗ ਲਾਉਣ ਦੀਆਂ ਸਲਾਹਾਂ ਬਣਦੀਆਂ ਨੇ। ਜਦ ਕੋਈ ਕਹਿੰਦਾ ਗੁਰਦੁਆਰੇ ਦਾ ਕਮਰਾ ਮੈਂ ਬਣਵਾਇਆ, ਆਹ ਲੰਗਰ ਹਾਲ ਦੀ ਸੇਵਾ ਵਿੱਚ ਮੈਂ ਲੱਖ ਰੁਪਈਆ ਪਾਇਆ, ਉਹ ਜਦ ਦੁਨੀਆ ਦੇ ਮਾਲਕ ਨੂੰ ਕੋਈ ਦੇਣੀ ਚਾਹੁੰਦਾ ਭੀਖ, ਉਦੋਂ ਮੇਰੀ ਕਲਮ ਦੇ ਵਿੱਚੋਂ ਨਿਕਲ ਆਉਂਦੇ ਨੇ ਗੀਤ। ਕਈ ਵਾਰੀ ਰੱਬ ਇਹਨਾਂ ਮਾਵਾਂ ਵਿੱਚੋਂ ਵੇਖਿਆ, ਪੱਤਝੜ ਬੋੜਾਂ ਦੀਆਂ ਛਾਵਾਂ ਵਿੱਚੋਂ ਵੇਖਿਆ, ਪਰ ਗਲਾਂ ਵਿੱਚ ਟਾਇਰ ਜਦੋਂ ਪੈਰਾਂ ਵਿੱਚ ਪੱਗ ਸੀ, ਉਹਨਾਂ ਦਿਨਾਂ ਵਿੱਚ ਉਦੋਂ ਕਿੱਥੇ ਗਿਆ ਰੱਬ ਸੀ। ਕਲਾਕਾਰ ਦਾ ਰਿਸਕ ਹੈ, ਵੀ ਉਹ ਰਿਸਕ ਲੈ ਰਿਹਾ 15 ਲੱਖ ਦਾ। ਹੋ ਸਕਦਾ ਗੀਤ ਫਲੋਪ ਹੋ ਜੇ, ਜ਼ਰੂਰੀ ਥੋੜੀ ਹਰ ਗੀਤ ਹਿੱਟ ਹੁੰਦਾ, ਫਲੋਪ ਵੀ ਹੋ ਸਕਦਾ। ਫਿਰ ਉਹ ਜੇ ਅੱਜ ਗੀਤਕਾਰ ਕਹਿੰਦਾ ਵੀ ਮੈਨੂੰ ਪੈਸੇ ਨਹੀਂ ਮਿਲੇ ਹਿੱਟ ਗੀਤ ਦੇ, ਜੇ ਕੱਲ ਨੂੰ ਉਹਦਾ ਗੀਤ ਫਲੋਪ ਹੋਊਗਾ, ਉਹ 7.5 ਲੱਖ ਰੁਪਈਆ ਤਾਂ ਉਹਨੂੰ ਦੇਊਗਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਮਨਦੀਪ ਕੌਰ ਸੰਧੂ। ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਉੱਚਾ ਉੱਡਣ ਦੇ ਲਈ ਡਿਗਰੀਆਂ ਦੀ ਲੋੜ ਨਹੀਂ ਹੁੰਦੀ, ਸੋਹਣੇ ਸ਼ਬਦ ਹੀ ਬੰਦੇ ਨੂੰ ਬਾਦਸ਼ਾਹ ਬਣਾ ਦਿੰਦੇ ਨੇ। ਸੋ ਬਿਲਕੁਲ ਜੀ, ਇੱਕ ਐਸੀ ਹੀ ਬਹੁਤ ਹੀ ਖੂਬਸੂਰਤ ਕਲਮ ਦੇ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀ ਹਾਂ। ਕਹਿੰਦੇ ਕਿ ਕਲਮ ਦੀ ਤਾਕਤ ਬੜੀ ਵੱਡੀ ਹੁੰਦੀ ਹੈ ਤੇ ਕਿਸੇ ਨੂੰ ਮੂੰਹ ਤੋੜਮਾ ਜਵਾਬ ਦੇਣਾ ਹੋਵੇ ਤੇ ਸ਼ਬਦਾਂ ਦੇ ਰਾਹੀਂ ਨਹੀਂ, ਕਲਮ ਦੇ ਰਾਹੀਂ ਵੀ ਦਿੱਤਾ ਜਾ ਸਕਦਾ ਹੈ। ਸੋ ਇੱਕ ਨੌਜਵਾਨ ਜਿਸ ਦਾ ਨਾਮ ਹੈ ਲੱਕੀ ਸ਼ਾਹ। ਸੋ ਇਹ ਨੌਜਵਾਨ ਬਹੁਤ ਖੂਬਸੂਰਤ ਲਿਖਦਾ ਹੈ, ਰਹਿਣ ਵਾਲੇ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਕਬਰ ਵੱਛਾ ਦੇ। ਸੋ ਸਾਡੇ ਨਾਲ ਅੱਜ ਮੌਜੂਦ ਨੇ, ਬਹੁਤ ਸੋਹਣਾ ਲਿਖਦੇ ਨੇ ਤੇ ਬਹੁਤ ਸਾਰੇ ਗੀਤ ਵੀ ਇਹਨਾਂ ਦੇ ਆ ਚੁੱਕੇ ਨੇ ਤੇ ਇੱਕ ਹਾਲ ਹੀ 'ਚ ਵੀਡੀਓ ਵੀ ਵਾਇਰਲ ਹੋ ਰਹੀ ਹੈ ਜੋ ਕਿ ਕਿਸੇ ਨੇ ਦੇਖੀ ਹੋਵੇ, ਕਿ ਜਿੱਥੇ ਉਹ ਇੱਕ ਜੱਜ ਦੀ ਧੀ ਨੂੰ ਕਿਸ ਤਰ੍ਹਾਂ ਉਹਦੀ ਪਰਿਭਾਸ਼ਾ ਦਿੰਦੇ ਨੇ ਕਿ ਇੱਕ ਬੱਚੀ ਨੂੰ ਝਾੜੀਆਂ 'ਚੋਂ ਚੁੱਕ ਕੇ ਇੱਕ ਬਾਪ ਉਸ ਨੂੰ ਕਿਵੇਂ ਪੂਰਾ ਪਾਲਦਾ ਪੋਸਦਾ ਤੇ ਇੱਕ ਜੱਜ ਦੀ ਕੁਰਸੀ ਤੇ ਬਿਠਾਉਂਦਾ ਹੈ। ਸੋ ਉਸ ਨੂੰ ਮਣਾ ਮੂੰਹੀ ਪਿਆਰ ਮਿਲਦਾ ਤੇ ਅੱਜ ਸਾਡੇ ਨਾਲ ਉਹੀ ਨੌਜਵਾਨ ਮੌਜੂਦ ਹੈ। ਸੋ ਡੇਲੀ ਪੋਸਟ ਪੰਜਾਬੀ ਦੇ ਵਿਹੜੇ ਤੇ ਉਹਨਾਂ ਦਾ ਹਾਰਦਿਕ ਸਵਾਗਤ ਕਰਦੇ ਚੱਲਦੇ ਹਾਂ। ਸੋ ਸਤਿ ਸ਼੍ਰੀ ਅਕਾਲ ਲੱਕੀ ਜੀ। ਸਤਿ ਸ਼੍ਰੀ ਅਕਾਲ ਜੀ। ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਜੀ? ਠੀਕ ਠਾਕ ਹੋ? ਸੋ ਸਭ ਤੋਂ ਪਹਿਲਾਂ ਤਾਂ ਹਨਾ, ਅਸੀਂ ਤੁਹਾਡੀ ਉਸ ਵੀਡੀਓ ਲਈ ਜੋ ਦੇਖੀ ਸੀ, ਬਹੁਤ ਲੋਕਾਂ ਨੇ ਉਹਨੂੰ ਪਿਆਰ ਵੀ ਕੀਤਾ ਹਨਾ, ਕਿਉਂਕਿ ਉਹ ਚੀਜ਼ ਨੂੰ ਤੁਸੀਂ ਬੜੇ ਤਰੀਕੇ ਨਾਲ ਪੇਸ਼ ਕੀਤਾ ਕਿ ਅੱਜ ਕੱਲ੍ਹ ਜਿਹੜੀ ਧੀਆਂ ਨੂੰ ਲੈ ਕੇ ਜੋ ਚੀਜ਼ ਹੋ ਰਹੀ ਹੈ ਹਨਾ, ਸੋ ਧੀਆਂ ਨੂੰ ਪੜ੍ਹਾਇਆ ਲਿਖਾਇਆ ਜਾ ਰਿਹਾ। ਵੈਸੇ ਵੀ ਅੱਜ ਕੱਲ੍ਹ ਧੀਆਂ ਮੁੰਡਿਆਂ ਦੇ ਨਾਲ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਖੜਦੀਆਂ ਨੇ, ਪਰ ਫਿਰ ਵੀ ਉਹ ਇੱਕ ਚੀਜ਼ ਹਲੂਣਾ ਦੇਣ ਵਾਲੀ ਸੀ। ਉਹ ਲਿਖਿਆ ਕਿੱਦਾਂ ਸੀ ਤੁਸੀਂ? ਉਹ ਜੀ ਅੱਜ ਕੱਲ੍ਹ ਦੇ ਹਾਲਾਤਾਂ ਨੂੰ ਦੇਖ ਕੇ, ਜਿੱਦਾਂ ਕਿ ਅੱਜ ਆਪਾਂ ਗੱਲ ਕਰ ਲਈਏ ਵੀ ਅੱਜ ਪੇਰੈਂਟਸ ਆ, ਮਾਪਿਆਂ ਦੇ ਪੇਰੈਂਟਸ ਆ, ਤਕਰੀਬਨ ਕੈਨੇਡਾ ਅਮਰੀਕਾ ਜਾਂਦੇ ਨੇ। ਤਕਰੀਬਨ ਅੱਜ ਮੈਂ ਇਹ ਸੋਚਦਾ ਹੁੰਦਾ ਵੀ ਜਿਹੜੇ ਉੱਧਰ ਲੋਕ ਬੈਠੇ ਨੇ, ਜਿਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ ਅਸੀਂ ਲੁਧਿਆਣੇ ਆਵਾਂਗੇ ਜਾਂ ਕਿਤੇ ਜਾਵਾਂਗੇ, ਉਹ ਅੱਜ ਕੈਨੇਡਾ ਅਮਰੀਕਾ ਬੈਠੇ ਨੇ, ਧੀਆਂ ਕਰਕੇ ਬੈਠੇ ਨੇ। ਅੱਜ ਵੀ ਜਦੋਂ ਕਿਤੇ ਸੁਣੀਦਾ ਵੀ ਫਲਾਨੀ ਕੁੜੀ ਨੇ ਆਈਲੈਟਸ ਕੀਤਾ, 8 ਬੈਂਡ ਆਏ ਆ, ਹਨਾ। ਪਹਿਲਾਂ ਲੋਕ ਦਾਜ ਮੰਗਦੇ ਹੁੰਦੇ ਸੀ, ਦਾਜ ਮੰਗਦੇ ਸੀ। ਜਦੋਂ ਕਿਸੇ ਮੁੰਡੇ ਨੂੰ 15 ਕਿੱਲੇ 20 ਕਿੱਲੇ ਆਉਣੇ ਵੀ ਸਕੋਰਪੀਓ ਗੱਡੀ ਲਿਆਵਾਂਗੇ, ਫਲਾਨੀ ਗੱਡੀ ਲਵਾਂਗੇ, ਪਰ ਅੱਜ ਉਹ ਕੋਲੋਂ ਪੈਸੇ ਲਾ ਰਹੇ ਨੇ। ਇਸ ਕਰਕੇ ਮੈਂ ਇਹ ਲਿਖਿਆ ਸੀ ਕਿ ਵੀ ਧੀਆਂ ਨੂੰ ਮਾਰਨਾ ਗਲਤ ਆ, ਕਿਸੇ ਨੂੰ ਵੀ ਮਾਰਨਾ ਗਲਤ ਆ, ਕਿਉਂਕਿ ਹਰ ਇੱਕ ਨੂੰ ਜਿਉਣ ਦਾ ਹੱਕ ਹੈ। ਇਸ ਬਾਰੇ ਮੈਂ ਲਿਖਿਆ ਸੀ ਕਿ ਜਿਹੜੀ ਧੀ ਮੇਰੀ ਅੱਜ ਜੱਜ ਬਣੀ, ਉਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ। ਇੱਕ ਪੀਐਨ ਦੀ ਸਟੋਰੀ ਸੀ, ਜਦੋਂ ਬੇਟੀ ਉਹਦੀ ਜੱਜ ਬਣ ਜਾਂਦੀ। ਜੀ ਬਿਲਕੁਲ ਜੀ, ਬਹੁਤ ਹੀ ਖੂਬਸੂਰਤ ਵੀਡੀਓ ਸੀ। ਵਾਕਈ ਇਹਨਾਂ ਨੇ ਬਹੁਤ ਸੋਹਣੀ ਗੱਲ ਬੋਲੀ ਕਿ ਅੱਜ ਕੱਲ੍ਹ ਪੁਰਾਣੇ ਜੇ ਥੋੜ੍ਹੇ ਜਿਹੇ ਸਮੇਂ ਦੀ ਗੱਲ ਕੀਤੀ ਜਾਵੇ, 4 ਸਾਲ ਪਹਿਲਾਂ ਦੀ, ਤਾਂ ਘਰ ਦੇ ਪਹਿਲਾਂ ਡਿਮਾਂਡ ਆ ਕਿ ਕੁੜੀ ਨੂੰ ਦੇਣਾ ਕੀ ਆ। ਰਿਸ਼ਤਾ ਲੈਣ ਆਉਂਦੇ ਹੁੰਦੇ ਸੀ ਤਾਂ ਪਹਿਲਾਂ ਕਹਿੰਦੇ ਜੀ ਗੱਡੀ ਲਵਾਂਗੇ, ਸਾਡੇ ਮੁੰਡੇ ਨੂੰ ਇੰਨੀ ਜ਼ਮੀਨ ਆਉਂਦੀ ਆ ਹਨਾ। ਸੋ ਅੱਜ ਕੀ ਹੋ ਰਿਹਾ ਕਿ ਕੁੜੀ ਨੇ ਆਈਲੈਟਸ ਕੀਤਾ, ਪੈਸੇ ਅਸੀਂ ਲਵਾਂਗੇ, ਬਸ ਕੁੜੀ ਆਈਲੈਟਸ ਵਾਲੇ ਦੇ ਦਿਓ ਸਾਨੂੰ ਹਨਾ। ਸੋ ਬਹੁਤ ਸੋਹਣੀ ਗੱਲ ਕੀਤੀ ਆ, ਕਲਮ ਬਹੁਤ ਸ਼ਾਨਦਾਰ ਹੈ ਤੁਹਾਡੀ ਹਨਾ। ਸਭ ਤੋਂ ਪਹਿਲਾਂ ਤੁਹਾਡੇ ਜ਼ੁਬਾਨੀ ਅਸੀਂ ਕੁਝ ਸੁਣਨਾ ਵੀ ਜ਼ਰੂਰ ਚਾਹਾਂਗੇ, ਉਸ ਤੋਂ ਅੱਗੇ ਆਪਾਂ ਗੱਲਬਾਤ ਦਾ ਜਿਹੜਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਕੁਝ ਖੂਬਸੂਰਤ ਜਿਹੜੇ ਅਲਫਾਜ਼ ਨੇ ਤੁਹਾਡੇ। ਹਾਂਜੀ, ਧੀਆਂ ਦੀ ਗੱਲ ਹੋਈ ਆ, ਧੀਆਂ ਲਈ ਇੱਕ ਸ਼ੇਅਰ ਸੁਣਾਉਂਗਾ ਮੈਂ। ਕਹਿੰਦੇ ਜਦੋਂ ਬਾਬਲ ਦੀ ਧੀ ਮੁਟਿਆਰ ਹੁੰਦੀ, ਉਹਨੂੰ ਵਿਆਹੁਣ ਦੀਆਂ ਸਲਾਹਾਂ ਬਣਦੀਆਂ ਨੇ। ਬਾਪੂ ਕਹਿੰਦਾ ਇਹਦਾ ਛੇਤੀ ਛੇਤੀ ਵਿਆਹ ਕਰੀਏ, ਡੋਲੀ ਪਾਉਣ ਦੀਆਂ ਸਲਾਹਾਂ ਬਣਦੀਆਂ ਨੇ। ਮਾਂ ਬਣਾਉਂਦੀ ਹੈ ਧੀ ਲਈ ਵਰੀ ਸੋਹਣੀ, ਮਹਿੰਦੀ ਲਾਉਣ ਦੀਆਂ ਸਲਾਹਾਂ ਬਣਦੀਆਂ ਨੇ। ਪਰ ਲੱਕੀ ਸ਼ਾਹ ਉੱਥੇ ਫਿਰ ਰੱਬ ਵੀ ਰੋਂਦਾ ਹੈ ਜਦੋਂ ਦਾਜ ਪਿੱਛੇ ਅੱਗ ਲਾਉਣ ਦੀਆਂ ਸਲਾਹਾਂ ਬਣਦੀਆਂ ਨੇ। ਅੱਗ ਲਾਉਣ ਦੀਆਂ ਸਲਾਹਾਂ ਬਣਦੀਆਂ ਨੇ। ਜੀ ਬਿਲਕੁਲ, ਕਲਮ ਬਹੁਤ ਖੂਬਸੂਰਤ ਹੈ ਤੁਹਾਡੀ, ਬਹੁਤ ਸੋਹਣਾ ਲਿਖਦੇ ਹੋ ਤੁਸੀਂ। ਕਹਿੰਦੇ ਕਿ ਜਦੋਂ ਅਸੀਂ ਕੁਝ ਲਿਖਣਾ ਸ਼ੁਰੂ ਕਰਦੇ ਹਾਂ ਤੇ ਸਾਨੂੰ
ਮਾਂ ਦੇ ਪੇਟ ਤੋਂ ਬੰਦਾ ਸਿੱਖ ਕੇ ਤਾਂ ਨਹੀਂ ਆਉਂਦਾ ਹਨਾ, ਹਰ ਕਿਸੇ ਨੂੰ ਠੋਕਰਾਂ ਖਾ ਕੇ ਹਰ ਕੰਮ ਸਿੱਖਿਆ ਜਾਂਦਾ ਹੈ। ਸੋ ਕਲਮ ਕਦੋਂ ਚੁੱਕੀ ਸੀ ਤੁਸੀਂ? ਕਲਮ ਮੈਂ ਮੈਡਮ 8ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ, ਜਦੋਂ ਥੋੜ੍ਹਾ ਬਹੁਤਾ ਸ਼ੌਂਕ ਪੈ ਗਿਆ ਸੀ ਮੈਨੂੰ ਲਿਖਣ ਦਾ। ਗੀਤ ਔੜਨ ਲੱਗ ਗਏ ਸੀ, ਗੱਲਾਂ ਆਈਆਂ ਜੁੜਨ ਲੱਗ ਗਈਆਂ ਸੀ। ਉਸ ਤੋਂ ਬਾਅਦ ਫਿਰ ਹੌਲੀ ਹੌਲੀ ਵਧੀਆ ਲੋਕਾਂ ਨੂੰ ਸੁਣਿਆ, ਦੀਪੀ ਮਖਸੂਸਪੁਰੀ ਸਾਹਿਬ ਜਾਂ ਹੋਰ ਕਾਫੀ ਲੋਕ ਵਧੀਆ ਜਿਨ੍ਹਾਂ ਨੇ, ਸ਼ਿਵ ਕੁਮਾਰ ਬਟਾਲਵੀ ਸਾਹਿਬ, ਬਾਬੂ ਰਾਜ਼ਬ ਅਲੀ ਜੀ ਨੂੰ ਪੜ੍ਹਿਆ, ਉਹਨਾਂ ਤੋਂ ਪਤਾ ਲੱਗਾ ਕਿ ਹਾਂ ਯਾਰ ਕੁਛ ਲਿਖ ਸਕਦੇ ਹਾਂ ਅਸੀਂ ਵੀ। ਉਸ ਤੋਂ ਬਾਅਦ ਫਿਰ ਹੌਲੀ ਕਲਾਕਾਰਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤੇ ਅੱਜ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਲੋਕ ਆਪਣਾ ਮੈਟਰ ਬੋਲਦੇ ਆ ਸਟੇਜਾਂ ਦੇ ਉੱਪਰ, ਗਰਾਊਂਡਾਂ ਦੇ ਵਿੱਚ ਕਮੈਂਟਰ ਸ਼ੇਅਰ ਬੋਲਦੇ ਆਪਣੇ, ਵੀ ਮਾਣ ਮਹਿਸੂਸ ਹੁੰਦਾ, ਮਿਹਨਤ ਕੀਤੀ ਆ, ਫਲ ਮਿਲਿਆ। ਵੈਸੇ ਆਮ ਤੌਰ ਤੇ ਕਹਿੰਦੇ ਹੁੰਦੇ ਆ ਕਿ ਜਦੋਂ ਬੰਦੇ ਦਾ ਦਿਲ ਟੁੱਟਦਾ ਨਾ ਤਾਂ ਫੇਰ ਉਹ ਕਲਮ ਚੁੱਕਦਾ ਹੁੰਦਾ ਹਨਾ, ਕਦੇ ਇਦਾਂ ਤਾਂ ਨਹੀਂ ਤੁਹਾਡੇ ਨਾਲ ਵੀ ਹੋਇਆ? ਨਹੀਂ, ਕਲਮ ਤਾਂ ਦਿਲ ਟੁੱਟਣਾ ਵੀ ਹੋ ਸਕਦਾ ਵੈਸੇ, ਪਰ ਮੇਰਾ ਇਦਾਂ ਦਾ ਕੋਈ ਨਹੀਂਗਾ, ਕਿਉਂਕਿ ਹਰ ਇੱਕ ਦੀ ਕੋਈ ਨਾ ਕੋਈ ਚਲੋ ਪਿਆਰ ਹੁੰਦਾ, ਇਹ ਵੀ ਹੋਣਾ ਚਾਹੀਦਾ ਜ਼ਿੰਦਗੀ ਦੇ ਵਿੱਚ, ਪਰ ਆਪਾਂ ਕਿਸੇ ਤੇ ਬਲੀਵ ਕਰ ਦਈਏ ਯਾਰ ਉਹ ਮੇਰਾ ਬਣਿਆ ਨਹੀਂ, ਇਦਾਂ ਕੁਝ ਵੀ ਹੋ ਸਕਦਾ। ਪਿਆਰ ਦੇ ਵਿੱਚ ਤਾਂ ਕੁਝ ਵੀ ਮਿਲ ਸਕਦਾ, ਪਿਆਰ ਦੇ ਵੱਟੇ ਪਿਆਰ ਵੀ ਮਿਲ ਸਕਦਾ, ਕੁਝ ਵੀ ਮਿਲ ਸਕਦਾ। ਕਿਉਂਕਿ ਇਸ ਬਾਰੇ ਮੈਂ ਲਿਖਣ ਦੀ ਕੋਸ਼ਿਸ਼ ਕੀਤੀ ਸੀ ਕਿ ਆਪਣੀ ਸਦਰ ਹੀ ਆਪੇ ਸੂਲੀ ਟੰਗਣੀ ਪੈਂਦੀ ਹੈ, ਆਪਣੀ ਮੌਤ ਹੀ ਆਪ ਰੱਬ ਤੋਂ ਮੰਗਣੀ ਪੈਂਦੀ ਹੈ, ਛੱਡ ਲੱਕੀ ਸ਼ਾਹ ਰੋਸਾ ਕੀ ਤੁਰ ਜਾਣ ਵਾਲਿਆਂ ਦਾ, ਕੋਈ ਕੁੜੀਆਂ ਨੂੰ ਤਾਂ ਮਾਪਿਆਂ ਦੀ ਵੀ ਮੰਨਣੀ ਪੈਂਦੀ ਹੈ। ਕੀ ਬਾਤ ਹੈ ਜੀ, ਬਿਲਕੁਲ ਹਨਾ। ਸੋ ਲੱਕੀ ਸ਼ਾਹ ਦਾ ਅਸਲ ਨਾਮ ਕੀ ਹੈ? ਲੱਕੀ ਸ਼ਾਹ ਕਦੋਂ ਬਣਦਾ ਹੈ ਲੱਕੀ ਸ਼ਾਹ? ਮੇਰਾ ਨਾਮ ਲਖਵਿੰਦਰ ਸਿੰਘ ਸਰਾਂ ਜੀ ਤੇ ਫਿਰੋਜ਼ਪੁਰ ਜ਼ਿਲ੍ਹੇ ਦਾ ਨਿੱਕਾ ਜਿਹਾ ਨਗਰ ਕੱਬਰ ਬੱਚਾ ਪਿੰਡ ਆ ਮੇਰਾ। ਤੇ ਮੈਨੂੰ ਸ਼ੌਂਕ ਸੀ ਵੀ ਨਿੱਕਾ ਜਿਹਾ ਨਾਮ ਰੱਖੀਏ ਕੋਈ, ਲੱਕੀ ਸਿੰਘ ਵੀ ਬਈ ਕਿਉਂਕਿ ਮੇਰੇ ਬਾਲ ਕੱਟੇ ਸੀ ਮੈਂ ਤਾਂ ਨਹੀਂ ਰੱਖਿਆ। ਲੱਕੀ ਸਰਾਂ ਗੀਤਾਂ ਦੇ ਵਿੱਚ ਵਧੀਆ ਨਹੀਂ ਸੀ ਲੱਗ ਰਿਹਾ ਮੈਨੂੰ, ਫਿਰ ਮੈਂ ਲੱਕੀ ਸ਼ਾਹ ਰੱਖਿਆ ਸੀ। ਮੈਂ ਕਿਹਾ ਸ਼ਾਹ ਠੀਕ ਲੱਗਦਾ, ਫਿਰ ਮੈਂ ਲੱਕੀ ਸ਼ਾਹ ਆਪਣਾ ਨਾਮ ਆਪਣਾ ਨਾਮ ਆਪੇ ਰੱਖ ਲਿਆ। ਆਪੇ ਰੱਖ ਲਿਆ। ਫਿਰ ਤੁਸੀਂ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਗੀਤ ਲਿਖੇ ਨੇ, ਕਿਹੜੇ ਕਲਾਕਾਰਾਂ ਨੇ ਜਿਹੜੇ ਤੁਹਾਡੇ ਗੀਤ ਗਾਏ ਨੇ? ਗੀਤ ਮੋਹਦੀਪ ਮਾਨ ਮੇਰਾ ਛੋਟਾ ਵੀਰ ਹੈ, ਉਹਨਾਂ ਨੇ ਇੱਕ ਗੀਤ ਗਾਇਆ ਸੀ ਮੇਰਾ ਕਿ ਉਹਨਾਂ ਦਿਨਾਂ ਵਿੱਚ ਉਦੋਂ ਕਿੱਥੇ ਗਿਆ ਰੱਬ ਸੀ, ਕਈ ਵਾਰੀ ਰੱਬ ਇਹਨਾਂ ਮਾਵਾਂ ਵਿੱਚੋਂ ਵੇਖਿਆ, ਪੱਤ ਝੜ ਬੋੜਾਂ ਦੀਆਂ ਛਾਵਾਂ ਵਿੱਚੋਂ ਵੇਖਿਆ, ਪਰ ਗਲਾਂ ਵਿੱਚ ਟਾਇਰ ਜਦੋਂ ਪੈਰਾਂ ਵਿੱਚ ਪੱਗ ਸੀ, ਉਹਨਾਂ ਦਿਨਾਂ ਵਿੱਚ ਉਦੋਂ ਕਿੱਥੇ ਗਿਆ ਰੱਬ ਸੀ। ਫਿਰ ਉਹਨਾਂ ਨੇ ਇੱਕ ਗੀਤ ਉਸੇ ਕੈਸਟ ਦੇ ਵਿੱਚ ਹੈਲੋ ਪੂਜਾ, ਇਸੇ ਗੀਤ ਤੋਂ ਕਾਫੀ ਸਾਨੂੰ ਰਿਸਪੌਂਸ ਮਿਲਿਆ। ਉਹ ਸਾਡਾ ਭਰਾ ਅੱਜ ਕੈਨੇਡਾ ਦੇ ਵਿੱਚ ਹੈ, ਵਧੀਆ ਸ਼ੋਅ ਵੀ ਲਾ ਰਿਹਾ ਉੱਧਰ, ਸੋਹਣੀ ਗੱਲ। ਉਸ ਤੋਂ ਬਾਅਦ ਫਿਰ ਸਾਡਾ ਗੀਤ ਇੱਕ ਸਿੱਪੀ ਗਿੱਲ ਭਾਜੀ, ਉਹਨਾਂ ਨੇ ਬਹੁਤ ਵਧੀਆ ਗਾਇਆ ਗੀਤ ਉਹ, ਤੇ ਬਹੁਤ ਰਿਸਪੌਂਸ ਮਿਲਿਆ ਉਸ ਗੀਤ ਤੋਂ, ਮੇਰਾ ਕਾਫੀ ਨਾਮ ਲੋਕ ਮੈਨੂੰ ਜਾਣਨ ਲੱਗੇ। ਤੇ ਗਗਨ ਸਿੱਧੂ ਭਾਜੀ, ਉਹਨਾਂ ਨੇ 2 ਗੀਤ ਗਾਏ ਮੇਰੇ। ਤੇ ਨਾਲ ਦੀ ਨਾਲ ਹੁਣ ਸਾਡੇ ਭਰਾ ਬਾਈ ਆਜ਼ਮ ਖਾਨ ਰੰਗਲੀ ਸਰਦਾਰ, ਉਹਨਾਂ ਨੇ ਮੇਰਾ ਗੀਤ ਗਾਇਆ ਮਾਂ ਗੁਜਰੀ, ਜਿਹੜਾ ਕਿ ਪਹਿਲਾਂ ਟੰਡਰੀਆਂ ਵਾਲੇ ਰਣਜੀਤ ਸਿੰਘ ਸਟੇਜ ਦੇ ਉੱਪਰ ਬੋਲਦੇ ਰਹੇ, ਯਾਨੀ ਕਿ ਬਹੁਤ ਰਿਸਪੌਂਸ ਮਿਲਿਆ ਉਸ ਗੀਤ ਨੂੰ ਵੀ। ਸੰਗਤੇ ਨਹੀਂ ਮੇਰਾ ਨਾਂ ਗੁਜਰੀ, ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ। ਬਿਲਕੁਲ ਜੀ ਹਨਾ। ਵੈਸੇ ਹੁਣ ਮੈਂ ਸਿਰ ਨਹੀਂ ਟਕਿਆ, ਮੈਂ ਚਾਹੂੰਗੀ ਵੀ ਨਹੀਂ ਕਿ ਤੁਸੀਂ ਹਨਾ ਉਹ ਗਾਓ ਹਨਾ ਜਾਂ ਆਪਾਂ ਦੱਸੀਏ, ਬਟ ਮੈਂ ਦੱਸਣਾ ਜ਼ਿਕਰ ਜ਼ਰੂਰ ਕਰਾਂਗੀ ਕਿ ਉਸ ਸ਼ਹਾਦਤ ਦਿਨਾਂ ਦਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਵੱਲੋਂ ਵੀ ਜਿਹੜਾ ਹੈ ਉਸ ਸ਼ਬਦ ਨੂੰ ਅਕਸਰ ਹੀ ਸਟੇਜਾਂ ਤੇ ਗਾਇਆ ਜਾਂਦਾ ਸੀ। ਉਸ ਤੋਂ ਬਾਅਦ ਆਜ਼ਮ ਖਾਨ ਹੋਣਾ ਦੀ ਆਵਾਜ਼ ਵਿੱਚ ਉਹ ਸ਼ਬਦ ਬੜਾ ਸੋਹਣਾ ਆਇਆ ਤੇ ਉਹਨੂੰ ਵੀ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਦਰਸ਼ਕਾਂ ਨੇ ਪਸੰਦ ਕੀਤਾ ਹਨਾ। ਸੋ ਕਲਮ ਜਦੋਂ ਤੁਸੀਂ ਲਿਖਦੇ ਹੋ, ਕਹਿੰਦੇ ਹੁੰਦੇ ਨੇ ਕਿ ਕੁਝ ਵੀ ਜੋ ਰਾਈਟਰ ਲਿਖਦਾ ਜਾਂ ਤਾਂ ਆਲਾ ਦੁਆਰਾ ਦੇਖ ਕੇ ਲਿਖਦਾ ਜਾਂ ਕਾਲਪਨਿਕ ਲਿਖਦਾ, ਸੋਚ ਹੁੰਦੀ ਹੈ ਉਹ ਤਾਂ ਉਤਾਰਾ ਕਰਦਾ ਹੁੰਦਾ ਕਾਗਜ਼ਾਂ ਦੇ ਉੱਪਰ ਹਨਾ। ਸੋ ਤੁਸੀਂ ਕੀ ਕਾਲਪਨਿਕ ਲਿਖਿਆ ਤੇ ਕੀ ਜਿਹੜਾ ਆ ਆਲਾ ਦੁਆਰਾ ਦੇਖ ਕੇ ਲਿਖਿਆ? ਜਿਹੜਾ ਗੀਤ ਆ ਜੀ, ਮੈਂ ਜਦੋਂ ਗੀਤ ਲਿਖਦਾ, ਕੋਈ ਦੇਖਦਾ, ਕੋਈ ਦੁਰਘਟਨਾ ਦੇਖਦਾ ਜਾਂ ਕੋਈ ਬੰਦਾ ਆਪਣੇ ਆਪ ਨੂੰ ਵੱਡਾ ਕਹਾਉਣ ਦੀ ਕੋਸ਼ਿਸ਼ ਕਰਦਾ, ਮੈਨੂੰ ਲੱਗਦਾ ਕਿ ਲਿਖਣਾ ਚਾਹੀਦਾ ਹੈ। ਕਹਿੰਦੇ ਜਦ ਕੋਈ ਦੁੱਖਾਂ ਦੇ ਵਿੱਚ ਹੱਸਦਾ ਏ, ਹਾਲ ਚੜ੍ਹਦੀ ਕਲਾ 'ਚ ਦੱਸਦਾ ਏ, ਜਦ ਕੋਈ ਮੌਤ ਦੇ ਮੂੰਹ 'ਚ ਕਹਿੰਦਾ ਮੈਂ ਜਮਾਂ ਹਾਂ ਠੀਕ, ਉਦੋਂ ਮੇਰੀ ਕਲਮ ਦੇ ਵਿੱਚੋਂ ਨਿਕਲ ਆਉਂਦੇ ਨੇ ਗੀਤ। ਜਦ ਕੋਈ ਕਹਿੰਦਾ ਗੁਰਦੁਆਰੇ ਦਾ ਕਮਰਾ ਮੈਂ ਬਣਵਾਇਆ, ਆਹ ਲੰਗਰ ਹਾਲ ਦੀ ਸੇਵਾ ਵਿੱਚ ਮੈਂ ਲੱਖ ਰੁਪਈਆ ਪਾਇਆ, ਉਹ ਜਦ ਦੁਨੀਆ ਦੇ ਮਾਲਕ ਨੂੰ ਕੋਈ ਦੇਣੀ ਚਾਹੁੰਦਾ ਭੀਖ, ਉਦੋਂ ਮੇਰੀ ਕਲਮ ਦੇ ਵਿੱਚੋਂ ਨਿਕਲ ਆਉਂਦੇ ਨੇ ਗੀਤ। ਬਾਹਰਲੇ ਮੁਲਕੀ ਜਾਣ ਵਾਲੇ ਹੀ ਰਿਸ਼ਤੇ ਚੀਖ ਜਦ ਉੱਠੇ, ਅੱਜ ਭੈਣ ਭਰਾ ਹੀ ਵਿਆਹ ਕਰਵਾ ਕੇ ਜਾਣ ਜਹਾਜ਼ਾਂ ਉੱਤੇ, ਪੈਸੇ ਖਾਤਰ ਬੰਦਾ ਵੇਖਾਂ ਗਿਰਦਾ ਕਿੱਥੋਂ ਤੀਕ, ਉਦੋਂ ਮੇਰੀ ਕਲਮ ਦੇ ਵਿੱਚੋਂ ਨਿਕਲ ਆਉਂਦੇ ਨੇ ਗੀਤ। ਜਦ ਕੋਈ ਜੰਮ ਕੇ ਧੀ ਸੋਹਣੀ ਨੂੰ ਝਾੜੀਆਂ ਦੇ ਵਿੱਚ ਸੁੱਟੇ, ਫਿਰ ਲੱਕੀ ਸ਼ਾਹ ਦੀ ਕਲਮ ਦੇ ਵਿੱਚੋਂ ਦਰਦ ਅਵੱਲਾ ਉੱਠੇ, ਰੋਂਦੀ ਰੋਂਦੀ ਦਮ ਤੋੜੇ ਕੋਈ ਸੁਣੇ ਨਾ ਉਹਦੀ ਚੀਖ, ਉਦੋਂ ਮੇਰੀ ਕਲਮ ਦੇ ਵਿੱਚੋਂ ਨਿਕਲ ਆਉਂਦੇ ਨੇ ਗੀਤ, ਉਦੋਂ ਮੇਰੀ ਕਲਮ ਦੇ ਵਿੱਚੋਂ ਨਿਕਲ ਆਉਂਦੇ ਨੇ ਗੀਤ। ਰੌਂਗਟੇ ਖੜੇ ਹੋ ਗਏ ਮੇਰੇ, ਦੇਖ ਲਓ ਤੁਹਾਡੇ ਸ਼ਬਦ ਸੁਣ ਕੇ, ਕਿਉਂਕਿ ਇੱਕ ਸੱਚਾਈ ਨੂੰ ਤੁਸੀਂ ਵਾਕਈ ਬਿਆਨ ਕੀਤਾ ਹੈ ਨਾ। ਸੋ ਬਹੁਤ ਖੂਬਸੂਰਤ ਤਰੀਕੇ ਨਾਲ ਤੁਸੀਂ ਹਰ ਇੱਕ ਚੀਜ਼ ਨੂੰ ਬਿਆਨ ਕਰਦੇ ਹੋ। ਇਹ ਵਾਕਈ ਸਾਡੇ ਪੰਜਾਬ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ ਜਿਸ ਨੂੰ ਤੁਸੀਂ ਬਿਆਨ ਕੀਤਾ। ਅਕਸਰ ਗੱਲ ਕਰਦੇ ਹਾਂ ਬਹੁਤ ਸਾਰੇ ਹੋਰ ਵੀ ਮੁੱਦੇ ਨੇ ਪੰਜਾਬ ਦੇ ਵਿੱਚ, ਕਿਸਾਨੀ ਦਾ ਮੁੱਦਾ ਵੀ ਬਹੁਤ ਵੱਡਾ ਹੈ ਨਾ। ਸੋ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ ਤੁਸੀਂ ਤੇ ਕਦੇ ਕਿਸਾਨ ਦੇ ਬਾਰੇ ਕੁਝ ਲਿਖਿਆ? ਕਿਸਾਨੀ ਬਾਰੇ ਲਿਖਿਆ, ਪਰ ਸਾਡਾ ਜਿਹੜਾ ਲਿਖਣਾ ਕਿਸਾਨ ਦੇ ਬਾਰੇ ਕੁਝ ਹੋਰ ਸੀਗਾ।
ਮਤਲਬ ਵੀ ਅੱਜ ਕੱਲ੍ਹ ਦੀ ਜਿਹੜੀ ਕਿਸਾਨੀ ਆ ਉਹਨੂੰ ਕੁਛ ਵੀ ਆਪਾਂ ਇਹ ਕਹਿ ਸਕਦੇ ਹਾਂ ਵੀ ਕੋਈ ਉਹਨਾਂ ਨੂੰ ਜਿਹੜੀ ਮਿਹਨਤ ਦਾ ਮੁੱਲ ਆ ਉਹ ਮਿਲ ਨਹੀਂ ਰਿਹਾ ਉਹਨਾਂ ਨੂੰ। ਸਪੀਚਾਂ ਵੀ ਦੇ ਦੀਆਂ ਜਦੋਂ ਕਿਤੇ ਫੰਕਸ਼ਨਾਂ 'ਤੇ ਜਾਈਦਾ ਜਾਂ ਕਿਤੇ ਸਭਾਵਾਂ ਦੇ ਵਿੱਚ ਜਾਈਦਾ, ਸਹਿ ਸਭਾਵਾਂ ਦੇ ਵਿੱਚ ਕਹੀਦਾ ਯਾਰ ਇਹ ਗਲਤ ਹੋ ਰਿਹਾ। ਪਰ ਅੱਜ ਕੱਲ੍ਹ ਦੇ ਤੁਹਾਨੂੰ ਪਤਾ ਜਿਹੜੇ ਅੱਜ ਕੱਲ੍ਹ ਦਾ ਸਾਡਾ ਰਾਜ ਆ, ਸਰਕਾਰਾਂ ਦਾ ਰਾਜ ਲਾ ਲਓ ਜਾਂ ਗੁੰਡਾ ਰਾਜ ਲਾ ਲਓ, ਕੋਈ ਵੀ ਹੈ, ਉਹ ਕਿਸਾਨ ਨੂੰ ਉੱਪਰ ਨਹੀਂ ਹੋਣ ਦਿੰਦਾ। ਉਹ ਸੋਚੀ ਦਾ ਬਹੁਤ ਕੁਛ ਆ, ਲਿਖੀਏ, ਪਰ ਇਹ ਗੱਲ ਕਹਿਣ ਦੀ ਕੋਸ਼ਿਸ਼ ਮੈਂ ਕਈ ਵਾਰ ਕਰਦਾ ਹੁੰਦਾ ਵੀ ਜਿਹੜਾ ਕਿਸਾਨ ਆ ਸਭ ਤੋਂ ਜ਼ਿਆਦਾ ਮਿਹਨਤ ਕਿਸਾਨ ਦੀ ਅੱਜ ਦੇ ਮਾਹੌਲ ਦੇ ਵਿੱਚ, ਅੱਜ ਦੇ ਯੁੱਗ ਦੇ ਵਿੱਚ ਸਭ ਤੋਂ ਜ਼ਿਆਦਾ ਕਿਸਾਨ ਮਿਹਨਤ ਕਰ ਰਿਹਾ, ਪਰ ਉਹਨੂੰ ਜਿਹੜਾ ਮੁੱਲ ਹੈ ਉਹ ਕਿਸਾਨੀ ਦਾ ਮੁੱਲ ਨਹੀਂ ਮਿਲ ਰਿਹਾ। ਅੱਜ ਫਾਹੇ ਲੈ ਰਿਹਾ। ਉਹ ਕਿਸਾਨ ਸੀ ਜਦੋਂ ਕਿਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਸੀ, ਉਹ ਵੀ ਕਿਸਾਨੀ ਹੁੰਦੀ ਸੀ, ਅੱਜ ਵੀ ਕਿਸਾਨੀ ਹੁੰਦੀ, ਪਰ ਅੱਜ ਕਿਸਾਨ ਆਪਣੇ ਖੇਤਾਂ ਦੇ ਵਿੱਚ ਫਾਹੇ ਲੈ ਰਿਹਾ, ਸਲਫਾਸਾਂ ਪੀ ਰਿਹਾ। ਇਹ ਸਿਰਫ ਸਾਡੇ ਰਾਜਾਂ ਕਰਕੇ ਕੋਸ਼ਿਸ਼ ਕੀਤੀ ਸੀ ਪਰ ਕੋਈ ਨਹੀਂ ਲਿਖ ਪਾਏ। ਸੋ ਜ਼ਿਮੀਂਦਾਰ ਪਰਿਵਾਰ ਵਿੱਚੋਂ ਤੁਹਾਡੀ ਬਹੁਤ ਸੋਹਣਾ ਇੱਕ ਲਿਖਿਆ ਸੀ, ਜ਼ਿਮੀਂਦਾਰ ਦਾ ਮੈਂ ਪੁੱਤ ਹਾਂ। ਸੋ ਉਹ ਤੁਸੀਂ ਜਦੋਂ ਲਿਖੀ ਸੀ, ਉਹ ਜਿਹੜੀ ਕਵਿਤਾ ਕਹਿ ਸਕਦੇ ਹਾਂ ਹਨਾ, ਸੋ ਉਹ ਜਿਹੜਾ ਗੀਤ ਕਹਿ ਸਕਦੇ ਨੂੰ ਜਦੋਂ ਉਤਾਰਿਆ ਸੀ ਕਾਗਜ਼ ਦੇ ਉੱਪਰ, ਉਹ ਆਪਣੇ ਘਰ ਦੇ ਹਾਲਾਤਾਂ ਨੂੰ ਦੇਖ ਕੇ ਲਿਖਿਆ ਸੀ? ਹਾਂਜੀ, ਆਪਣੇ ਘਰ ਦੇ ਹਾਲਾਤਾਂ ਨੂੰ ਜ਼ਰੂਰ ਸੁਣਨਾ ਚਾਹਾਂਗੇ। ਇੱਕ ਵਾਰ ਸੀ ਚਾਹਾਂਗੇ ਕਿ ਤੁਸੀਂ ਸਾਨੂੰ ਉਹ ਜਿਹੜਾ ਜ਼ਰੂਰ ਸੁਣਾਓ। ਉਹ ਮੇਰੀ ਜ਼ਿੰਦਗੀ ਦੇ ਗੀਤ ਹੈ ਕਿ ਮੈਨੂੰ ਯਾਦ ਹੈ ਮੈਂ ਸੀ ਛੋਟਾ ਜਿਹਾ, ਮੇਰਾ ਬਾਪੂ ਪੈਲੀ ਵਾਹੁੰਦਾ ਸੀ, ਬਸ 1.5 ਕਿੱਲਾ ਪੈਲੀ ਸੀ, ਉਹ ਮਸਾਂ ਹੀ ਘਰ ਚਲਾਉਂਦਾ ਸੀ, ਨਹੀਂ ਹੱਟੀ ਜਾਣ ਨੂੰ ਪੈਸੇ ਮਿਲੇ, ਮੈਨੂੰ ਪਤਾ ਨਹੀਂ ਚੀਜ਼ੀ ਕੀ ਹੁੰਦੀ, ਮੈਂ ਜ਼ਿਮੀਂਦਾਰ ਦਾ ਪੁੱਤਰ ਹਾਂ, ਮੈਨੂੰ ਪਤਾ ਗਰੀਬੀ ਕੀ ਹੁੰਦੀ। ਮੀਂਹ ਪੈਂਦੇ ਵਿੱਚ ਕੋਰ ਸਿੱਟੀ ਜਦ ਕੱਚਾ ਕੋਠਾ ਚਾਹੁੰਦਾ ਸੀ, ਵਿਆਜ ਬਹੁਤਾ ਤੇ ਫਸਲ ਥੋੜੀ, ਬਾਪੂ ਖੜਾ ਮੰਡੀ ਵਿੱਚ ਰੋਂਦਾ ਸੀ, ਇਹ ਨਸੀਬਾਂ ਵਾਲੇ ਕੀ ਜਾਣਨ ਇਹ ਬਦਨਸੀਬੀ ਕੀ ਹੁੰਦੀ, ਮੈਂ ਜ਼ਿਮੀਂਦਾਰ ਦਾ ਪੁੱਤਰ ਹਾਂ, ਮੈਨੂੰ ਪਤਾ ਗਰੀਬੀ ਕੀ ਹੁੰਦੀ। ਕੰਮ ਕਰਨਾ ਚਾਨਣੇ ਦੀਵੇ ਦੇ ਜੋ ਅੱਧੀ ਰਾਤ ਤੱਕ ਜਗਦਾ ਸੀ, ਢਿੱਲਾ ਮੰਜਾ ਵਾਣ ਵਾਲਾ ਵੀ ਟੁੱਟ ਜੂ ਕਰਦਾ ਸੀ, ਮੈਂ ਪਿੰਡ ਦੇ ਸਕੂਲ 'ਚ 5 ਪੜ੍ਹਿਆ, ਇਹ ABCD ਕੀ ਹੁੰਦੀ, ਮੈਂ ਜ਼ਿਮੀਂਦਾਰ ਦਾ ਪੁੱਤਰ ਹਾਂ, ਮੈਨੂੰ ਪਤਾ ਗਰੀਬੀ ਕੀ ਹੁੰਦੀ। ਮੇਰੀ ਮਾਂ ਨੇ ਸੁੱਖ ਹੰਢਾਇਆ ਨਾ, ਪਾਣੀ ਨਾਲ ਰੋਟੀ ਖਾਂਦੀ ਰਹੀ, ਸਿਰ ਤੇ ਪਾਟੀ ਚੁੰਨੀ ਲੈ ਕੇ ਦੁੱਖ ਦੇ ਸੁੱਖ ਦੇ ਜਾਂਦੀ ਰਹੀ, ਰੇਤਾ ਵਾਲੇ ਵਾਹਣਾਂ ਵਿੱਚ ਭਲਾ ਫਸਲ ਵੀ ਬੀਜੀ ਕੀ ਹੁੰਦੀ, ਮੈਂ ਜ਼ਿਮੀਂਦਾਰ ਦਾ ਪੁੱਤਰ ਹਾਂ, ਮੈਨੂੰ ਪਤਾ ਗਰੀਬੀ ਕੀ ਹੁੰਦੀ। ਲੱਕੀ ਸ਼ਾਹ ਅੱਜ ਦਿਨ ਫਿਰ ਗਏ, ਪਰ ਰੱਬ ਨੂੰ ਟੱਬ ਨਾ ਦੱਸਦੇ ਆ, ਔਕਾਤ ਹਲੇ ਵੀ ਚੇਤੇ ਹੈ, ਭਾਵੇਂ ਕੱਬਰ ਵੱਛੇ ਪਿੰਡ ਵਸਦੇ ਆ, ਅੱਜ ਭੁੱਜੇ ਦਾਣੇ ਉਗਦੇ ਆ, ਉਦੋਂ ਫਸਲ ਸੀਜੀ ਕੀ ਹੁੰਦੀ, ਮੈਂ ਜ਼ਿਮੀਂਦਾਰ ਦਾ ਪੁੱਤਰ ਹਾਂ, ਮੈਨੂੰ ਪਤਾ ਗਰੀਬੀ ਕੀ ਹੁੰਦੀ, ਮੈਨੂੰ ਪਤਾ ਗਰੀਬੀ ਕੀ ਹੁੰਦੀ। ਦੁੱਖਾਂ ਪੀੜਾਂ ਤੁਸੀਂ ਵੀ ਹੰਡਾਈਆਂ ਹੋਣੀਆਂ ਤਨ ਤੇ ਹਨਾ, ਸੋ ਕਦੇ ਕਲਮ ਦੇ ਵਿੱਚ ਜਦੋਂ ਕਦੇ ਲਿਖਣਾ ਸ਼ੁਰੂ ਕਰਦੇ ਹੋ ਹਨਾ ਕਾਗਜ਼ ਦੇ ਉੱਪਰ, ਤੇ ਕਦੇ ਆਪਣੀ ਉਸ ਸੱਚਾਈ ਨੂੰ ਜਦੋਂ ਬੇਸ਼ੱਕ ਤੁਸੀਂ ਇਹ ਲਿਖਿਆ ਹਨਾ ਕਿ ਤੁਸੀਂ ਗਰੀਬੀ ਕੀ ਹੁੰਦੀ ਹੈ ਹਨਾ, ਸੋ ਕਦੇ ਜਦੋਂ ਉਸ ਟਾਈਮ ਤੇ ਲਿਖਣਾ ਸ਼ੁਰੂ ਕਰਦੇ ਆ ਆਪਣਾ ਉਹ ਵੇਲਾ ਯਾਦ ਕੀਤਾ ਵਾ ਕਿ ਹਾਂਜੀ ਹੋਣ ਵਾਲੇ ਲੱਕੀ ਸ਼ਾਹ ਤੇ ਪੁਰਾਣੇ ਵਾਲੇ ਲੱਕੀ ਸ਼ਾਹ 'ਚ ਕਿੰਨਾ ਕੁ ਫਰਕ ਆ? ਫਰਕ ਅੱਜ ਜਦੋਂ ਜੀ ਪ੍ਰੋਗਰਾਮਾਂ 'ਤੇ ਜਾਈਦਾ, ਕਿਤੇ ਲੋਕ ਕਹਿੰਦੇ ਆ ਵੀ ਵਧੀਆ ਤੁਹਾਡੇ ਸ਼ੇਅਰ ਆ, ਵਧੀਆ ਬੋਲਦੇ ਹੋ, ਪਰ ਉਦੋਂ ਉਹ ਵੇਲਾ ਯਾਦ ਆਉਂਦਾ ਵੀ ਅੱਜ ਇਸ ਗੱਲ ਦਾ ਕੋਈ ਮਾਣ ਨਹੀਂ ਕਰਦੇ, ਅਸੀਂ ਨਾ ਹੀ ਕਰਨਾ ਚਾਹੀਦਾ, ਕਿਉਂਕਿ ਜਿਹੜੇ ਦੁੱਖੀਆਂ ਤਕਲੀਫਾਂ ਦੇ ਵਿੱਚ ਲੰਘੇ ਹੋਣ ਉਹਨਾਂ ਨੂੰ ਚਾਹੀਦਾ ਵੀ ਨਹੀਂ, ਨਾ ਹੀ ਅਸੀਂ ਕਦੇ ਕੀਤਾ, ਪਰ ਮਾਣ ਮਹਿਸੂਸ ਹੁੰਦਾ ਵੀ ਹਾਂ ਠੀਕ ਹੈ ਯਾਰ ਮਿਹਨਤ ਕੀਤੀ ਆ। ਮਿਹਨਤ ਹਰ ਇੱਕ ਬੰਦੇ ਨੂੰ ਕਰਨੀ ਚਾਹੀਦੀ, ਮਿਹਨਤ ਹੀ ਰਾਸ ਆਉਂਦੀ ਹੈ। ਬਹੁਤ ਮਿਹਨਤ ਕੀਤੀ ਆ, ਗਾਇਕੀ ਲਾਈਨ ਗੀਤਕਾਰੀ ਲਾਈਨ 'ਚ ਵੀ ਬਹੁਤ ਮਿਹਨਤ ਕੀਤੀ ਆ, ਇਸ ਸਟੇਜਾਂ ਦੇ ਉੱਪਰ ਜਦੋਂ ਕੰਮ ਕਰਦੇ ਸੀ ਬਹੁਤ ਮਿਹਨਤ ਦੇ ਨਾਲ ਕੰਮ ਕੀਤਾ, ਪਰ ਮਿਹਨਤ ਆ ਜਿਹੜੀ ਸਾਨੂੰ ਅੱਜ ਰੰਗ ਲੈ ਕੇ ਆਈ ਆ, ਬਹੁਤ ਵਾਹਿਗੁਰੂ ਦੀ ਕਿਰਪਾ, ਲੋਕ ਪਸੰਦ ਕਰਦੇ ਸਾਨੂੰ। ਸੋ ਕਿਹਾ ਜਾਂਦਾ ਕਿ ਅਕਸਰ ਇੱਕ ਕਲਾਕਾਰ ਹੈ ਨਾ, ਤੁਸੀਂ ਬਹੁਤ ਸਾਰੇ ਗੀਤ ਆਪਣੇ ਕਲਾਕਾਰਾਂ ਨੂੰ ਦਿੱਤੇ ਨੇ ਹਨਾ, ਸੋ ਰਾਈਟਰ ਨਾ ਅਕਸਰ ਬਲੇਮ ਕਰ ਦਿੰਦੇ ਹੁੰਦੇ ਨੇ ਕਲਾਕਾਰਾਂ ਦੇ ਉੱਪਰ ਕਿ ਅਸੀਂ ਫਲਾਣੇ ਬੰਦੇ ਨੂੰ ਇੰਨੇ ਪੈਸੇ ਦਿੱਤੇ ਸੀਗੇ ਤੇ ਸਾਡਾ ਜਿਹੜਾ ਗੀਤ ਹੈ ਸਾਨੂੰ ਪੈਸੇ ਨਹੀਂ ਮਿਲੇ ਸੀ, ਨਾ ਜਿਹੜਾ ਆਪਣਾ ਗੀਤ ਫਲਾਣੇ ਕਲਾਕਾਰ ਨੂੰ ਦਿੱਤਾ ਹਨਾ, ਤੇ ਉਹਨੇ ਸਾਨੂੰ ਮਤਲਬ ਉਹਦੀ ਪੇਮੈਂਟ ਨਹੀਂ ਕੀਤੀ ਹੈਗੀ। ਅਕਸਰ ਹੀ ਜਿਹੜੇ ਨੇ ਬਹੁਤ ਸਾਰੇ ਇੰਟਰਵਿਊ ਮੇਰੇ ਵੱਲੋਂ ਵੀ ਕੀਤੇ ਗਏ ਨੇ, ਮੇਰੇ ਸਹਿਯੋਗੀ ਸਾਥੀਆਂ ਦੇ ਵੱਲੋਂ ਵੀ ਕੀਤੇ ਗਏ ਨੇ ਹਨਾ, ਸੋ ਅਕਸਰ ਜਿਹੜੇ ਰਾਈਟਰ ਗੀਤਕਾਰ ਨੇ ਇੱਕ ਬਲੇਮ ਕਰਦੇ ਨੇ, ਇਹ ਕੀ ਕਹਿਣਾ ਚਾਹੋਗੇ? ਇਹ ਬਲੇਮ ਗਲਤ ਹੈ ਜੀ, ਕਿਉਂਕਿ ਇੱਕ ਗੀਤਕਾਰ ਆ, ਹੁਣ ਮੈਂ ਗੀਤ ਲਿਖਦਾ ਸੀ, ਮੈਨੂੰ ਸ਼ੌਂਕ ਸੀ, ਤੁਹਾਨੂੰ ਦੱਸਿਆ 8ਵੀਂ ਕਲਾਸ ਤੋਂ ਮੈਨੂੰ ਸ਼ੌਂਕ ਪੈ ਗਿਆ, ਜਦੋਂ ਸ਼ੌਂਕ ਪੈ ਗਿਆ ਉਦੋਂ ਸੀ ਗੀਤ ਰਿਕਾਰਡ ਹੋਣ, ਲੋਕ ਸੁਣ, ਜਦੋਂ ਜਮਲੇ ਜੱਟ ਦੇ ਗੀਤ ਅਸੀਂ ਸਪੀਕਰਾਂ ਦੇ ਵਿੱਚ ਸੁਣਦੇ ਸੀ ਹਨਾ, ਵਿਆਹ ਹੁੰਦੇ ਸੀ, ਸਾਨੂੰ ਵੀ ਐਂ ਹੁੰਦਾ ਸੀ ਸਾਡੇ ਵੀ ਗੀਤ ਇੱਥੇ ਵੱਜਣ ਯਾਰ ਹਨਾ। ਤੇ ਹੁਣ ਜੇ ਕੋਈ ਗੀਤਕਾਰ ਨੂੰ ਗੀਤ ਕਰਦਾ, ਗਾਇਕ ਗੀਤ ਕਰਦਾ, ਠੀਕ ਹੈ, ਹੁਣ ਗੀਤਕਾਰ ਨੇ ਗੀਤ ਲਿਖਤਾ, ਠੀਕ ਆ, ਸ਼ੋਰ ਵੀ ਪੇਮੈਂਟ ਨਹੀਂ ਕੀਤੀ ਉਹਨੇ, ਆਪਾਂ ਨੂੰ ਚਾਹ ਯਾਰ ਸਾਡਾ ਗੀਤ ਆਵੇ, ਠੀਕ ਹੈ ਜੀ, ਗਾਇਕ ਆ ਕਲਾਕਾਰ ਆ ਉਹ ਰਿਸਕ ਲੈ ਰਿਹਾ,
10 ਲੱਖ ਦਾ 15 ਲੱਖ ਦਾ ਇੱਕ ਗੀਤ ਤੇ ਰਿਸਕ ਲੈ ਰਿਹਾ ਵੀ ਮਿਊਜ਼ਿਕ ਕਰਨਾ, ਵੀਡੀਓ ਕਰਨੀ ਆ, ਇਹਨੂੰ ਚੈਨਲਾਂ ਦੇ ਉੱਪਰ ਲਾਉਣਾ, ਬਹੁਤ ਖਰਚੇ ਹੋ ਜਾਂਦੇ ਆ। ਪਰ ਬਾਅਦ ਦੇ ਵਿੱਚ ਆਪਾਂ ਗਾਇਕ ਨੂੰ ਕਹੀਏ ਯਾਰ ਸਾਡੀ ਪੇਮੈਂਟ ਨਹੀਂ ਹੋਈ, ਪਹਿਲਾਂ ਤਾਂ ਆਪਾਂ ਨੂੰ ਇਹ ਹੁੰਦਾ ਯਾਰ ਸਾਡਾ ਗੀਤ ਹੋਵੇ, ਬਾਅਦ 'ਚ ਆਪਾਂ ਕਹਿੰਦੇ ਸਾਨੂੰ ਪੇਮੈਂਟ ਨਹੀਂ ਹੋਈ। ਉਹ ਤਾਂ ਇੱਕ ਹਿਸਾਬ ਨਾਲ ਰਿਸਕ ਆ ਉਹ ਬੰਦੇ ਦਾ ਵੀ, ਕਲਾਕਾਰ ਦਾ ਰਿਸਕ ਹੈ ਇੱਕ ਵੀ ਉਹ ਰਿਸਕ ਲੈ ਰਿਹਾ 15 ਲੱਖ ਦਾ। ਹੋ ਸਕਦਾ ਗੀਤ ਫਲੋਪ ਹੋ ਜੇ, ਜ਼ਰੂਰੀ ਥੋੜੀ ਹਰ ਗੀਤ ਹਿੱਟ ਹੁੰਦਾ, ਫਲੋਪ ਵੀ ਹੋ ਸਕਦਾ। ਫਿਰ ਉਹ ਜੇ ਅੱਜ ਗੀਤਕਾਰ ਕਹਿੰਦਾ ਵੀ ਮੈਨੂੰ ਪੈਸੇ ਨਹੀਂ ਮਿਲੇ ਹਿੱਟ ਗੀਤ ਦੇ, ਜੇ ਕੱਲ ਨੂੰ ਉਹਦਾ ਗੀਤ ਫਲੋਪ ਹੋਊਗਾ ਉਹ 7.5 ਲੱਖ ਰੁਪਈਆ ਤਾਂ ਉਹਨੂੰ ਦੇਊਗਾ, ਅੱਧਾ ਉਹਨੂੰ ਦੇਵੇ ਫਿਰ ਜਾਂ ਤਾਂ ਵੀ ਹਾਂ ਤੇਰਾ ਗੀਤ ਫਲੋਪ ਹੋਇਆ ਯਾਰ। ਨਹੀਂ ਵੈਸੇ ਉਹ ਵੀ ਕਹਿੰਦੇ ਹੁੰਦੇ ਆ ਕਿ ਜਦੋਂ ਕਈ ਵਾਰ ਹਿੱਟ ਵੀ ਹੁੰਦਾ ਗਾਣਾ ਜਾਂ 2-3 ਗਾਣੇ ਅਸੀਂ ਬਿਲਕੁਲ ਫ੍ਰੀ ਆਫ ਕਾਸਟ ਹੀ ਦੇ ਦਿੰਦੇ ਕਿ ਚਲੋ ਸਾਡਾ ਨਾਮ ਵੀ ਬਣ ਜਾਏ ਹਨਾ, ਉਹ ਗੀਤ ਵੀ ਹਿੱਟ ਹੋ ਜਾਂਦੇ ਆ। ਫਿਰ ਜਦੋਂ 7ਵਾਂ 8ਵਾਂ ਗਾਣਾ ਅਸੀਂ ਦੇਣਾ ਹੁੰਦਾ ਹਨਾ ਤਾਂ ਉਦੋਂ ਅਸੀਂ ਪੇਮੈਂਟ ਮੰਗਦੇ ਦਿੰਦੇ ਨਹੀਂ, ਫਿਰ ਤੁਸੀਂ ਗੀਤ ਨਾ ਦਿਓ। ਜੇ ਗੀਤਕਾਰ ਹੁਣ ਇੱਕ ਗੀਤ ਮੰਨ ਲਓ ਕੋਈ ਗੀਤਕਾਰ ਹਿੱਟ ਅੱਜ ਉਹ ਗੀਤ ਗਾ ਰਹੇ ਆ ਕਲਾਕਾਰ, ਉਹਦੇ ਗੀਤ ਹਿੱਟ ਹੋ ਰਹੇ, ਲੋਕ ਉਹਨਾਂ ਨੂੰ ਸੁਣ ਰਹੇ ਆ। ਜੇ ਅੱਜ ਕਲਾਕਾਰ ਉਹਨੂੰ ਪੈਸਾ ਨਹੀਂ ਦਿੰਦਾ, ਉਹਨੂੰ ਗੀਤ ਨਾ ਦਿਓ, ਹੋਰ ਕਿਸੇ ਕਲਾਕਾਰ ਨੂੰ ਜਿਹੜਾ ਪੈਸੇ ਦਿੰਦਾ ਤੁਹਾਨੂੰ, ਮਤਲਬ ਇਹ ਵੀ ਲਾਉਣਾ ਗਲਤ ਆ ਕਿਸੇ ਤੇ ਵੀ, ਕਿਉਂਕਿ ਬੰਦਾ ਹਰ ਇੱਕ ਮਿਹਨਤ ਕਰਦਾ। ਜੋ ਹੁਣ ਮੰਨ ਲਓ ਮੈਂ ਆਜ਼ਮ ਖਾਨ ਭਾਜੀ ਨੇ ਮੇਰਾ ਗੀਤ ਕੀਤਾ, ਮਾਂ ਗੁਜਰੀ ਗੀਤ ਕੀਤਾ ਹੈ ਨਾ, ਗੀਤ ਕਾਫੀ ਵਾਰ ਸਟੇਜਾਂ ਤੇ ਵੀ ਗਾਇਆ, ਮਤਲਬ ਵੀ ਢੰਡਰੀਆਂ ਵਾਲੇ ਬਾਬਾ ਜੀ ਨੇ ਤੁਹਾਨੂੰ ਪਹਿਲਾਂ ਦੱਸਿਆ ਸੀ ਮੈਂ। ਹੁਣ ਜਿਹੜਾ ਖਰਚਾ ਕੀਤਾ ਆਜ਼ਮ ਖਾਨ ਨੇ ਕੀਤਾ, ਕੱਲ ਨੂੰ ਮੈਂ ਲੋਕਾਂ ਕੋਲੇ ਕਹਾਂ ਮੈਨੂੰ ਆਜ਼ਮ ਖਾਨ ਨੇ ਪੈਸੇ ਨਹੀਂ ਦਿੱਤੇ, ਮੈਂ ਕਿਹਾ ਸੀ ਆਜ਼ਮ ਗੀਤਕਾਰ ਆਪਣਾ ਕਰਨ ਵਾਲਾ ਇਹ, ਉਹ ਗਲਤ ਆ। ਜੇ ਤੁਹਾਡਾ ਮਤਲਬ ਵੀ ਗੀਤਕਾਰਾਂ ਤੁਸੀਂ ਤੁਹਾਡਾ ਨਾਮ ਬਣ ਗਿਆ, ਫਿਰ ਤੁਹਾਨੂੰ ਕਲਾਕਾਰ ਪੈਸੇ ਨਹੀਂ ਦਿੰਦਾ, ਤੁਸੀਂ ਉਹਨੂੰ ਗੀਤ ਨਾ ਦਿਓ, ਭਾਈ ਪੈਸੇ ਦੇ ਗੀਤ ਲੈ ਲਾ, ਫਿਰ ਪੈਸੇ ਦੇ ਕੇ ਤੁਹਾਨੂੰ ਖੁਦ ਗੀਤ ਲਊਗਾ। ਜਦੋਂ ਉਹਨੂੰ ਪਤਾ ਲੱਗਾ ਵੀ ਹਾਂ ਇਸ ਗੀਤਕਾਰ ਤੋਂ ਬਿਨਾਂ ਮੇਰਾ ਗੀਤ ਨਹੀਂ ਚੱਲਦਾ, ਫਿਰ ਪੈਸੇ ਦਊਗਾ। ਕੀ ਬਾਤ ਹੈ, ਬਿਲਕੁਲ। ਅੱਛਾ ਗੱਲ ਹੋਰ ਪੁੱਛਣਾ ਚਾਹਾਂਗੀ, ਤੁਹਾਡੀ ਕਲਮ ਜਿਹੜਾ ਰਾਈਟਰ ਕੋਈ ਵੀ ਹੋਵੇ ਹਨਾ, ਭਾਵੇਂ ਤੁਸੀਂ ਹੋ ਭਾਵੇਂ ਬਹੁਤ ਸਾਰੇ ਨੇ, ਇੱਕ ਆਮ ਨਾਗਰਿਕ ਦੇ ਤੌਰ ਤੇ ਵੀ ਇੱਕ ਜਿਹੜਾ ਸਵਾਲ ਤੁਹਾਨੂੰ ਮੈਂ ਕਰ ਰਹੀ ਹਾਂ। ਇਸ ਵਾਰੀ ਮੁੱਦਾ ਬੜਾ ਉੱਠਿਆ ਹੋਇਆ ਹੈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ, ਪੰਥ ਦੀ ਗੱਲ ਕੀਤੀ ਜਾਵੇ ਤਾਂ ਬੜਾ ਵਿਵਾਦ ਜਿਹੜਾ ਛੜਿਆ ਹੋਇਆ ਹੈ ਨਾ ਉਹਦੇ ਵਿੱਚ। ਸੋ ਇੱਕ ਤੁਸੀਂ ਗੀਤਕਾਰ ਹੋਣ ਦੇ ਨਾਤੇ, ਰਾਈਟਰ ਹੋਣ ਦੇ ਨਾਤੇ, ਆਮ ਨਾਗਰਿਕ ਹੋਣ ਦੇ ਨਾਤੇ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਤਾਂ ਧਰਮ ਦੀ ਗੱਲ ਹੈ। ਧਰਮ ਦੇ ਨਾਂ ਤੇ ਤੁਹਾਨੂੰ ਵੀ ਪਤਾ ਅੱਜ ਗੁਰੂ ਘਰਾਂ ਦੇ ਵਿੱਚ ਕੀ ਹੋ ਰਿਹਾ, ਧਰਮ ਦੇ ਨਾਂ ਤੇ ਲੁੱਟਾਂ ਵੀ ਹੋ ਰਹੀਆਂ, ਠੀਕ ਆ ਜੀ। ਮਤਲਬ ਵੀ ਲੋਕਾਂ ਨੂੰ ਇਹ ਵੀ ਕਹਿ ਸਕਦੇ ਬੇਵਕੂਫ ਹੀ ਬਣਾ ਰਹੇ ਆ, ਬਹੁਤ ਕੁਛ ਹੋ ਰਿਹਾ। ਗੁਰੂ ਘਰਾਂ ਦੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਗੋਲਕ ਸਾਨੂੰ ਗੁਰੂ ਘਰ ਦੇ ਮੂਹਰੇ ਮਿਲਦੀ ਆ, ਫਿਰ ਸਾਨੂੰ ਲੰਗਰ 'ਚ ਗੋਲਕ ਮਿਲਦੀ ਆ। ਥਾਂ ਥਾਂ 'ਤੇ ਰੱਖੀਆਂ ਨੇ ਉਹ, ਕਾਹਦੇ? ਕਿਉਂਕਿ ਅੱਜ ਜੋ ਵੀ ਅੱਜ ਮੰਨ ਲਓ ਕੋਈ ਪੰਥ ਦਾ ਮੋਢੀ ਆ, ਕੋਈ ਵੀ ਲਾ ਲਓ ਤੁਸੀਂ ਹੈ ਨਾ, ਉਹਦੇ ਕੋਲ ਅੱਜ ਸਿਕਿਉਰਿਟੀ ਹੈ, ਜੈਟ ਸਿਕਿਉਰਿਟੀ ਹੈ ਨਾ, ਕਿਹਦੀ ਆ ਉਹ? ਸਾਡੀ ਆ, ਸਾਡੇ ਪੈਸੇ ਆ, ਸਾਡੀ ਸਿਕਿਉਰਿਟੀ, ਜੈਟ ਸਿਕਿਉਰਿਟੀ ਸਾਡੀ ਆ ਉਹ ਨਾ। ਵੀ ਮਤਲਬ ਵੀ ਲੋਕਾਂ ਨੂੰ ਚਾਹੀਦਾ ਇਹਨਾਂ ਚੀਜ਼ਾਂ 'ਚੋਂ ਬਾਹਰ ਆਉਣਾ। ਉਹ ਤਾਂ ਹੋ ਸਕਦਾ ਉਹਨਾਂ ਦੀ ਗੱਲ ਇੱਕ ਹੋਵੇ, ਅੱਜ ਉਹ ਲੜ ਰਹੇ ਉਹਨਾਂ ਦੇ ਨਾਲ, ਉਹ ਲੜ ਰਹੇ। ਹੋ ਸਕਦਾ ਵੀ ਹੁਣ ਜਿਵੇਂ ਆਪਾਂ ਸਿਆਸਤਾਂ ਕਹਿੰਦੇ ਹਾਂ, ਸਿਆਸਤਾਂ ਤਾਂ ਇੱਕ ਹੁੰਦੀਆਂ, ਲੜੀ ਲੋਕ ਜਾਂਦੇ ਆ। ਹੋ ਸਕਦਾ ਬਾਬਾ ਜੀ ਇਹਨਾਂ ਦੋਵਾਂ ਦੀ ਗੱਲ ਇੱਕ ਹੋਵੇ, ਚਲੋ ਕੋਈ ਨਹੀਂ, ਤੇ ਲੋਕ ਲੜੀ ਜਾਂਦੇ ਹੋਣ। ਪਰ ਲੋਕਾਂ ਨੂੰ ਚਾਹੀਦਾ ਇਹ ਲੋਕ ਨਾ ਇਹਨਾਂ ਗੱਲਾਂ ਦੇ ਵਿੱਚ ਧਿਆਨ ਦੇਣ ਤੇ ਆਪਦਾ ਗੁਰੂ ਘਰ ਮੱਥਾ ਟੇਕਣ, ਤੇ ਮੱਥਾ ਟੇਕਣ ਦੇ ਨਾਲ ਹੀ ਸਾਰਾ ਕੁਝ ਮਿਲਣਾ, ਲੜਨ ਨਾਲ ਕੁਝ ਨਹੀਂ ਮਿਲਣਾ। ਬਿਲਕੁਲ, ਹਾਂਜੀ, ਬਿਲਕੁਲ ਸਹੀ ਗੱਲ ਆਖੀ ਹੈ। ਸੋ ਗੱਲ ਕਰਦੇ ਹਾਂ ਕਿ ਹੋਰ ਵੀ ਬਹੁਤ ਸਾਰੇ ਪੰਜਾਬ ਦੇ ਮੁੱਦੇ ਨੇ, ਤੇ ਕਿਹਦੇ ਉੱਪਰ ਤੁਸੀਂ ਲਿਖਿਆ ਆਪਣੀ ਅਲਫਾਜ਼ਾਂ ਨੂੰ, ਕਿਤੇ ਕਿਹੜੇ ਮੁੱਦਿਆਂ ਤੇ ਤੁਸੀਂ ਉਭਾਰਿਆ? ਪੰਜਾਬ ਦੀ ਕਿਸਾਨੀ ਦੀ ਗੱਲ ਹੋ ਚੁੱਕੀ ਹੈ, ਧਰਮ ਦੀ ਗੱਲ ਹੋ ਚੁੱਕੀ ਹੈ ਹਨਾ। ਸੋ ਗੱਲ ਕਰਦੇ ਹਾਂ ਕਿ ਹੋਰ ਧੀਆਂ ਦੇ ਗਾਣੇ ਆਪਾਂ ਗੱਲ ਕਰ ਚੁੱਕੇ ਹਾਂ, ਧੀਆਂ ਦੇ ਉੱਪਰ ਵੀ ਤੁਸੀਂ ਲਿਖਿਆ ਹੈ। ਸੋ ਜਿਹੜਾ ਵਿਦੇਸ਼ ਜਾਣ ਦਾ ਹੋੜ ਬੜਾ ਹੈ ਹਨਾ, ਸੋ ਕਦੇ ਵਿਦੇਸ਼ ਤੇ ਵੀ ਕੁਝ ਲਿਖਿਆ? ਹਾਂਜੀ, ਇਹ ਗੀਤ ਮੇਰਾ ਸੁਖ ਬਰਾੜ ਨੇ ਗਾਇਆ ਸੀ, ਚੱਲ ਵਤਨੀ ਚੱਲ ਗਏ ਜਿੰਦੇ ਨਹੀਂ, ਉੱਥੇ ਮਾਵਾਂ ਰੋਂਦੀਆਂ ਹੋਣਗੀਆਂ। ਇਹ ਗੀਤ ਕਾਫੀ ਲੋਕਾਂ ਨੇ ਸੁਣਿਆ ਸੀ ਗੀਤ, ਇਹ ਵੀ ਉੱਧਰਲੇ ਮਾਹੌਲ 'ਤੇ ਸੀਗਾ ਗੀਤ ਇਹ, ਬਈ ਮਜਬੂਰੀ ਬਣ ਜਾਂਦੀ ਉੱਧਰ ਜਾਣਾ। ਅੱਜ ਕੱਲ੍ਹ ਬੱਚਿਆਂ ਦੀ ਮਜਬੂਰੀ ਆ ਵੀ ਇੱਧਰ, ਕਿਉਂਕਿ ਇੱਧਰ ਜੋਬ ਨਹੀਂ ਮਿਲ ਰਹੀ। ਅੱਜ ਕੱਲ੍ਹ ਬੱਚਾ ਪੜ੍ਹ ਰਿਹਾ, ਹਰ ਇੱਕ ਪੇਰੈਂਟਸ ਨੂੰ ਇਹ ਫਿਕਰ ਹੋ ਰਿਹਾ ਯਾਰ ਵੀ ਸਾਡਾ ਬੱਚਾ ਕਿਤੇ ਗਲਤ ਕੰਮ 'ਚ ਨਾ ਪੈ ਜੇ, ਕਿਤੇ ਨਸ਼ੇ 'ਚ ਨਾ ਪੈ ਜੇ, ਕਿਤੇ ਇਹ ਨਾ ਹੋਵੇ ਗਲਤ ਕੋਈ ਸੰਗਤ ਦੇ ਵਿੱਚ ਪੈ ਜੇ ਸਾਡੇ ਬੱਚੇ ਦੀ ਜੜ੍ਹ ਨਾ। ਉਹ ਬੱਚੇ ਨੂੰ ਮਤਲਬ ਵੀ ਪੇਰੈਂਟਸ ਨੂੰ ਇਹ ਫਿਕਰ ਆ, ਬੱਚੇ ਉਹ ਕਹਿੰਦੇ ਵੀ ਹਾਂ ਬੇਟੀ ਆ ਆਈਲੈਟਸ ਕਰੋ ਬਾਹਰ, ਠੀਕ ਹੈ ਜੀ, ਬੇਟਾ ਆਈਲੈਟਸ 'ਚ ਬੈਂਡ ਨਹੀਂ ਆਉਂਦੇ, ਬਾਹਰਲੀ ਕੁੜੀ ਲੱਭੋ ਉਹਨੂੰ ਬਾਹਰ ਕਰ ਲਓ। ਕਿਉਂਕਿ ਉੱਧਰ ਮਾਹੌਲ ਥੋੜ੍ਹਾ ਜਿਹਾ ਚੇਂਜ ਆ, ਸਾਡੇ ਨਾਲ ਸਰਕਾਰਾਂ ਲੋਕਾਂ ਦੀ ਮਦਦ ਕਰਦੀਆਂ। ਸਾਡੇ ਇੱਥੇ ਨਸ਼ਾ ਲਾ ਲਓ ਤੁਸੀਂ, ਗੁੰਡਾਗਰਦੀ ਲਾ ਲਓ, ਕੁਛ ਵੀ ਲਾ ਲਓ, ਇਹਨਾਂ ਚੀਜ਼ਾਂ ਦੇ ਵਿੱਚ ਸਾਡਾ ਦੇਸ਼ ਬਹੁਤ ਭੜਕਿਆ ਫਿਰਦਾ। ਤੇ ਇਹਦੇ ਬਾਰੇ ਲਿਖਿਆ ਸੀ ਵੀ ਉੱਧਰ ਚਲੇ ਜਾਂਦੇ, ਮਜਬੂਰੀ ਵੀ ਆ ਕਿਉਂਕਿ ਘਰ ਤੋਂ ਬਾਹਰ ਰਹਿਣਾ ਬਹੁਤ ਔਖਾ। ਸੋ ਇੱਕ ਮਿੰਟ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ, ਤੁਸੀਂ ਬਹੁਤ ਸੋਹਣੀ ਕਮੈਂਟਰੀ ਕਰ ਲੈਂਦੇ ਆ ਹਨਾ, ਸੋ ਸਟੇਜਾਂ ਤੇ ਵੀ ਪਰਫਾਰਮੈਂਸ ਕਰਦੇ ਆ ਹਨਾ, ਸੋ ਇਹ ਗੀਤ ਮੈਂ ਤੁਸੀਂ ਗਾ ਕੇ ਸੁਣਾ ਦਿਓ ਮੈਨੂੰ। ਵਿੱਚ ਪਰਦੇਸਾਂ ਬੜਾ ਸਤਾਇਆ ਪਿੰਡ ਦੀਆਂ ਯਾਦਾਂ ਨੇ, ਜਿੱਥੇ ਬਚਪਨ ਬੀਤਿਆ ਉਹ ਕਰਦਿਆਂ ਖਾਬਾਂ ਨੇ, ਧੁੱਪੇ ਖੜਦੀਆਂ ਦੇ ਅੱਜ ਸਜਾਵਾਂ ਰੋਂਦੀਆਂ ਹੋਣਗੀਆਂ, ਚੱਲ ਵਤਨੀ ਚੱਲ ਗਏ ਜਿੰਦੇ ਨਹੀਂ, ਉੱਥੇ ਮਾਵਾਂ ਰੋਂਦੀਆਂ ਹੋਣਗੀਆਂ।
ਚੱਲ ਵਤਨੀ ਚਲੇ ਗਏ ਜਾਂਦੇ ਨਹੀਂ ਉੱਥੇ ਮਾਵਾਂ ਰੋਂਦੀਆਂ ਹੋਣਗੀਆਂ। ਇਹ ਗੀਤ ਪਰਦੇਸੀਆਂ ਦੇ ਬਹੁਤ ਹੀ ਖੂਬਸੂਰਤ ਲਿਖਦੇ ਹੋ ਤੁਸੀਂ। ਸੋ ਗੱਲ ਕਰਦੇ ਹਾਂ ਕਿ ਅਕਸਰ ਸੋਸ਼ਲ ਮੀਡੀਆ ਜਿਹੜਾ ਅੱਜ ਕੱਲ੍ਹ ਨਾ ਜ਼ਮਾਨਾ ਹੀ ਸੋਸ਼ਲ ਮੀਡੀਆ ਦਾ ਹਨਾ, ਹਰ ਕੋਈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਿਹੜੀ ਨਿੱਕੀ ਮੋਟੀ ਚੀਜ਼ ਆ ਸਾਰੀ ਇੱਥੇ ਦੇਖਣਾ ਪਸੰਦ ਕਰਦੇ ਨੇ। ਕੋਈ ਟੀਵੀ ਮੂਹਰੇ ਬੈਠਣਾ ਪਸੰਦ ਹੀ ਨਹੀਂ ਕਰਦਾ ਅੱਜ ਕੱਲ੍ਹ ਹਨਾ। ਸੋ ਕਦੇ ਤੁਹਾਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ? ਪਰੇਸ਼ਾਨੀ ਆਉਂਦੀ ਹੈ ਜੀ। ਮੇਰਾ ਜਦੋਂ ਮੈਂ ਨਾਮ ਆਪਣਾ ਕੀਤਾ ਲੱਕੀ ਸ਼ਾਹ ਹੈ ਨਾ, ਵੀ ਗੀਤ ਮੇਰੇ ਲੋਕਾਂ ਨੇ ਸੁਣੇ, ਉਦੋਂ ਮੈਂ ਦੇਖਿਆ ਵੀ ਫੇਸਬੁੱਕ ਤੇ ਉੱਪਰ ਫੇਕ ਆਈਡੀਆਂ ਬਹੁਤ ਸੀ ਲੱਕੀ ਸ਼ਾਹ ਦੀਆਂ। ਮੇਰੇ ਜਿਹੜਾ ਗੀਤ ਆਇਆ ਸੀ, ਗੀਤ ਗਗਨ ਸਿੱਧੂ ਦਾ ਤੰਗ ਸੂਟ, ਉਹਦਾ ਮਤਲਬ ਰੈਪਰ ਲਾ ਕੇ ਨਾ ਨਾਲ ਉਹ ਲੱਕੀ ਸ਼ਾਹ ਦੀ ਆਈਡੀ ਬਣਾਈ ਹੋਈ ਸੀ। ਉਹ ਤੋਂ ਮੈਨੂੰ ਪਤਾ ਲੱਗਾ ਮੈਂ ਇਹ ਲੱਕੀ ਸ਼ਾਹ ਕੌਣ ਹੈ। ਤੇ ਬਾਅਦ ਦੇ ਵਿੱਚ ਮੈਨੂੰ ਪਤਾ ਲੱਗਾ ਉਹ ਫੇਕ ਆਈਡੀ ਬਣਾਈ ਬੈਠਾ ਸੀ। ਉਸ ਬੰਦੇ ਨੇ ਮੇਰੇ ਮੁਤਾਬਿਕ ਤਾਂ 1-2 ਮੇਲਿਆਂ ਦੇ ਵਿੱਚ ਸਨਮਾਨ ਵੀ ਲਏ ਹੋਏ ਨੇ। ਓਹ ਅੱਛਾ। ਹਾਂਜੀ। ਔਰ ਵੀ ਬੁਰਾ ਲੱਗਾ ਇਸ ਗੱਲ ਨੂੰ ਵੀ ਆਪਣਾ ਵੀ ਨਾ ਮੇਰਾ ਯੂਜ਼ ਕਰਕੇ ਹੈ ਨਾ, ਵੀ ਜਾਂ ਤਾਂ ਫਿਰ ਇੱਦਾਂ ਹੋਵੇ ਵੀ ਉੱਥੇ ਮੇਲੇ ਵਾਲੇ ਵੀ ਕਹਿਣ ਭਾਈ ਕੁਛ ਸੁਣਾ ਸਾਨੂੰ ਹੈ ਨਾ, ਫਿਰ ਉੱਥੇ ਪਤਾ ਲੱਗੂ ਵੀ ਹਾਂ ਵੀ ਕੌਣ ਸੁਣਾਉਂਦਾ ਹੈ ਨਾ। ਵੀ ਮੇਲੇ ਵਾਲਿਆਂ ਨੂੰ ਚਾਹੀਦਾ ਸੀ ਯਾਰ ਤੂੰ ਲੱਕੀ ਸ਼ਾਹ ਆ, ਤੂੰ ਕੁਝ ਸੁਣਾ ਤਾਂ ਸਹੀ ਸਾਨੂੰ, ਕੁਛ ਸ਼ੇਅਰ ਵਗੈਰਾ ਸੁਣਾ ਕੇ ਜਾ ਸਾਨੂੰ। ਪਰ ਉਦੋਂ ਦੁੱਖ ਲੱਗਾ ਮੈਨੂੰ ਯਾਰ ਵੀ ਬੰਦਾ ਗਲਤ ਕਰ ਰਿਹਾ ਇਹ ਬੰਦਾ। ਕਿਆ ਦੇ ਬਾਤ ਹੈ, ਜ਼ਮਾਨਾ ਦੇਖ ਲਓ ਕੀ ਆ ਗਿਆ ਜੀ ਹੈ ਨਾ। ਨਾਮ ਕਿਸੇ ਦਾ, ਕਲਮ ਕਿਸੇ ਦੀ ਤੇ ਅਵਾਰਡ ਕੋਈ ਹੋਰ ਲੈ ਰਿਹਾ। ਤਾਂ ਨਵਜੋਤ ਸਿੱਧੂ ਹੋਣਾ ਵਾਲੀ ਗੱਲ ਹੋ ਗਈ। ਉਹਨਾਂ ਨੇ ਹਾਲ ਹੀ 'ਚ ਨਾ ਇੱਕ ਚੈਨਲ ਚਲਾਇਆ ਜਿੱਤੇਗਾ ਪੰਜਾਬ ਹੈ ਨਾ, ਉਹਨਾਂ ਨੇ ਲਾਂਚ ਕੀਤਾ। ਜਦੋਂ ਸਰਚ ਮਾਰੀ ਅਗਲੇ ਦਿਨ ਤਾਂ 10 ਚੈਨਲ ਜਿਹੜੇ ਬਣੇ ਹੋਏ ਸੀਗੇ ਹੈ ਨਾ। ਸੋ ਇਦਾਂ ਹੀ ਹੁੰਦਾ ਹੈ। ਤੁਹਾਡਾ ਵੀ ਉਹੀ ਸੀਨ ਮੈਨੂੰ ਚੇਤਾ ਆ ਗਿਆ, ਨਾਲ ਉਹਨਾਂ ਦੀ ਗੱਲ ਵੀ ਮੈਨੂੰ ਚੇਤੇ ਆ ਗਈ ਕਿ ਉਹਨਾਂ ਨਾਲ ਵੀ ਐਂ ਹੋਇਆ ਸੀ ਹੈ ਨਾ। ਸੋ ਇਹ ਤਾਂ ਬੜੀ ਗਲਤ ਗੱਲ ਆ, ਇਦਾਂ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਇਨਸਾਨ ਉਹ ਨੇ ਜੋ ਕਿ ਰਾਤ ਨੂੰ ਵੀ ਜਦੋਂ ਥਾਟ ਮਨ 'ਚ ਆਉਂਦੇ ਨੇ, ਸੋਚ ਆਉਂਦੀ ਆ, ਤੇ ਰਾਤ ਨੂੰ ਉੱਠ ਕੇ ਵੀ ਜਿਹੜੀ ਆਪਣੀ ਕਲਮ ਚੁੱਕ ਲੈਂਦੇ ਨੇ, ਕਾਗਜ਼ ਚੱਕ ਲੈਂਦੇ ਨੇ ਹਨਾ। ਸੋ ਇਦਾਂ ਕਦੇ ਨਹੀਂ ਕਰਨਾ ਚਾਹੀਦਾ। ਕਿਸੇ ਦੀ ਚੀਜ਼ ਜਿਹੜੀ ਹੈ, ਜੋ ਕਿਸੇ ਦੀ ਲਿਖੀ ਹੋਈ ਆ, ਉਹਦਾ ਨਾਮ ਜ਼ਰੂਰ ਵਿੱਚ ਬੋਲ ਕੇ ਉਸਨੂੰ ਵਰਤਣਾ ਚਾਹੀਦਾ ਕਿ ਹਾਂਜੀ ਫਲਾਣੇ ਬੰਦੇ ਦੇ ਫਲਾਣੇ ਸ਼ਬਦ ਨੇ। ਜੇ ਤੁਸੀਂ ਚੋਰੀ ਕਰਨੇ ਤੁਹਾਨੂੰ ਪਸੰਦ ਵੀ ਆਏ ਤਾਂ ਨਾ ਕਿ ਚੋਰੀ ਨਾ ਕਰੋ, ਉਹਨੂੰ ਉੱਪਰ ਆਪਣੇ ਤੁਸੀਂ ਵਰਤ ਸਕਦੇ ਹੋ। ਜੇ ਤੁਸੀਂ ਸਟੇਜਾਂ ਤੇ ਬੋਲਣ ਲੱਗੇ ਹੋ ਤਾਂ ਸਟੇਜਾਂ ਤੇ ਬਸ ਉਸ ਬੰਦੇ ਦਾ ਨਾਮ ਜ਼ਰੂਰ ਮੈਂਸ਼ਨ ਕਰਿਆ ਕਰੋ ਕਿ ਇਸ ਬੰਦੇ ਦੇ ਉਹ ਲਿਖੇ ਹੋਏ ਸ਼ਬਦ ਨੇ। ਇਹ ਤਾਂ ਬੇਹੱਦ ਬੁਰੀ ਗੱਲ ਆ ਕਿ ਤੁਹਾਡੇ ਨਾਮ ਨੂੰ ਇਦਾਂ ਵਰਤੋਂ 'ਚ ਕੀਤਾ ਗਿਆ, ਇਸਤੇਮਾਲ ਕੀਤਾ ਗਿਆ, ਤੇ ਉਸ ਤੋਂ ਬਾਅਦ ਤੁਹਾਡੇ ਜਿਹੜੇ ਅਵਾਰਡ ਹੈ ਉਹ ਵੀ ਤੁਸੀਂ ਹੈ ਨਾ ਕੋਈ ਲੈ ਕੇ ਜਾਂਦਾ। ਹਾਂਜੀ, ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਇਸ ਚੀਜ਼ ਦਾ। ਮੈਨੂੰ ਧੀ ਬਣੀ ਜੱਜ ਜਦੋਂ ਮੈਂ ਸ਼ੇਅਰ ਲਿਖਿਆ ਸੀ, ਇਹ ਮੈਂ ਸਟੇਜ ਦੇ ਉੱਪਰ ਪਰਫਾਰਮੈਂਸ ਕੀਤਾ ਸ਼ੇਅਰ ਦਾ, ਬਹੁਤ ਲੋਕਾਂ ਨੇ ਸੁਣਿਆ ਯਾਰ। ਲੋਕ ਐਂ ਵੀ ਕਹਿ ਕੇ ਗਏ ਯਾਰ ਸਾਨੂੰ ਐਂ ਲੱਗਾ ਵੀ ਸਾਡੇ ਨਾਲ ਸ਼ਾਇਦ ਹੋਈ ਹੋਵੇ ਕਿਤੇ ਗੱਲ ਯਾਰ, ਕਿਤੇ ਨਾ ਕਿਤੇ ਕਿਸੇ ਨਾਲ ਹੋਈ ਆ ਵੀ ਧੀ ਝਾੜੀਆਂ 'ਚ ਪਈ ਆ, ਉਹ ਵੱਡੀ ਹੋ ਕੇ ਜੱਜ ਬਣ ਗਈ, ਕਿਸੇ ਨੂੰ ਲੱਭੀ ਹੈ ਨਾ। ਪਰ ਇਸ ਸ਼ੇਅਰ ਦੇ ਵਿੱਚ ਵੀ 1-2 ਬੰਦੇ ਮੈਂ ਕਲੀਅਰ, ਮੈਂ ਮੈਰਿਜ ਦੇ ਵਿੱਚ ਇਨਵਾਈਟ ਸੀ ਤੇ ਮੈਂ ਉਹਨਾਂ ਨੂੰ ਜਾ ਕੇ ਕੁਛ ਨਹੀਂ ਗਿਆ, ਮੈਂ ਐਂ ਬੈਠਾ ਤੇ ਆਪਦਾ ਨਾਂ ਪਾ ਕੇ ਬੋਲ ਰਹੇ ਸੀ ਉਹ। ਓਹੋ ਅੱਛਾ। ਇਦਾਂ ਦਾ ਮਤਲਬ ਵੀ ਕਾਫੀ ਸ਼ੇਅਰ ਨੇ ਵੀ ਜਿਨ੍ਹਾਂ ਦੇ ਵਿੱਚ ਆਪਦਾ ਕਈ ਵਾਰ ਨਾਂ ਪਾ ਕੇ ਆਪਣਾ ਨਾਂ ਬਣਾਉਣ ਦੇ ਮਾਰੇ ਬੋਲ ਲੈਂਦੇ। ਪਰ ਇਸ ਚੀਜ਼ ਨੂੰ ਮੈਂ ਗਲਤ ਸਮਝਦਾ, ਕਿਉਂਕਿ ਅੱਜ ਅਸੀਂ ਵੀ ਸਟੇਜਾਂ ਦੇ ਉੱਪਰ ਸ਼ੇਅਰ ਬੋਲਦੇ ਹਾਂ। ਜੇ ਬਾਬਾ ਨਜ਼ਮੀ ਆ ਅਸੀਂ ਉਹੀ ਬੋਲਾਂਗੇ, ਜੇ ਕਿਸੇ ਹੋਰ ਸ਼ਾਇਰ ਦਾ ਲਿਖਿਆ ਅਸੀਂ ਉਹੀ ਬੋਲਾਂਗੇ। ਕੋਈ ਹੱਕ ਨਹੀਂ ਕਿਸੇ ਦੇ ਸ਼ੇਅਰ ਦੇ ਵਿੱਚ ਕਿਸੇ ਨੂੰ ਆਪਦਾ ਨਾਂ ਪਾਉਣ ਦਾ। ਹਾਂਜੀ ਬਿਲਕੁਲ, ਆ ਤਾਂ ਸਹੀ ਗੱਲ ਹੈ ਹਨਾ। ਸੋ ਮੈਂ ਜ਼ਰੂਰ ਸੁਣਨਾ ਚਾਹਾਂਗੀ ਉਹ ਚਪੜਾਸੀ ਦੀ ਧੀ ਵਾਲੀ ਸਟੋਰੀ ਹੈ ਨਾ, ਸਾਰੇ ਦਰਸ਼ਕਾਂ ਨੂੰ ਇੱਕ ਵਾਰ ਉਹ ਦੁਬਾਰਾ ਜਿਹੜੀ ਹੈ ਸਾਂਝੀ ਯਾਦ ਕਰਵਾ ਦਿੱਤੀ ਜਾਵੇ। ਵੈਸੇ ਉਹ ਜਦੋਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦੀ ਹਾਂ ਕਿ ਹਾਲ ਹੀ 'ਚ ਮੋਗੇ ਦੇ ਲਾਗੇ ਇੱਕ ਪਿੰਡ ਆ, ਉੱਥੋਂ ਦੀ ਧੀ ਇੱਕ ਜੱਜ ਬਣੀ ਹੈ ਹਨਾ। ਉਹ ਬਹੁਤ ਹੀ ਮਤਲਬ ਉਹ ਵੀ ਉਹਨਾਂ ਨੇ ਬੜੇ ਗਰੀਬੀ ਦੇ ਵਿੱਚੋਂ ਹੀ ਨਿਕਲੇ ਹੋਏ ਸੀ ਉਹ ਵੀ ਹਨਾ। ਸੋ ਉਹ ਇੱਕ ਗਰੀਬ ਦੀ ਧੀ ਬਣਦੀ ਹੈ ਜੱਜ ਹਨਾ। ਉਦੋਂ ਤੁਹਾਡੀ ਜਿਹੜੀ ਪੋਸਟ ਵਾਇਰਲ ਹੁੰਦੀ ਆ, ਉਹਨਾਂ ਦੇ ਨਾਲ ਕਈ ਵਾਰ ਉਹ ਰਿਲੇਟ ਉਹਨਾਂ ਦੇ ਨਾਲ ਕਰ ਜਾਂਦੀ ਆ। ਬਾਅਦ 'ਚ ਅਸਲ ਸੱਚਾਈ ਪਤਾ ਲੱਗਦੀ ਕਿ ਨਹੀਂ, ਉਹ ਤੁਹਾਡੇ ਆਪਣੀ ਜਿਹੜੀ ਲਿਖੀ ਹੋਈ ਕਲਮ ਦੇ ਵਿੱਚੋਂ ਲਿਖੀ ਹੋਈ ਚੀਜ਼ ਆ, ਨਾ ਕਿ ਇੱਕ ਰਿਐਲਿਟੀ ਸੀਗੀ। ਸੋ ਜ਼ਰੂਰ ਚਾਹਾਂਗੇ ਕਿ ਉਸ ਯਾਦ ਨੂੰ ਦੁਬਾਰਾ ਸਾਂਝਾ ਕੀਤਾ ਜਾਵੇ। ਇਹ ਜੀ ਇੱਕ ਸਟੋਰੀ ਹੈ, ਸਟੋਰੀ ਨਹੀਂ ਸੱਚ ਵੀ ਕਹਿ ਸਕਦੇ ਆਪਾਂ ਇਸ ਚੀਜ਼ ਨੂੰ, ਕਿਉਂਕਿ ਕਈਆਂ ਲੋਕਾਂ ਦੇ ਨਾਲ ਇਹ ਚੀਜ਼ਾਂ ਬੀਤੀਆਂ, ਕਈਆਂ ਧੀਆਂ ਦੇ ਨਾਲ ਇਹ ਚੀਜ਼ਾਂ ਬੀਤੀਆਂ। ਵੀ ਇੱਕ ਚਪੜਾਸੀ ਸੀ ਕਿਸੇ ਕਾਲਜ ਦੇ ਵਿੱਚ, ਉੱਥੇ ਉਹਦੀ ਬੇਟੀ ਪੜ੍ਹਦੀ ਸੀ ਜਿੱਥੇ ਉਹ ਪੀਐਨ ਦੀ ਜੌਬ ਕਰਦਾ ਸੀ ਹੈ ਨਾ। ਉਹ ਬੇਟੀ ਨੇ +2 ਕੀਤੀ ਤੇ ਜਿਹੜਾ ਪੀਐਨਸੀ ਉਹ ਪ੍ਰਿੰਸੀਪਲ ਸਾਹਿਬ ਕੋਲੇ ਗਿਆ, ਕਹਿੰਦਾ ਜੀ ਮੈਨੂੰ ਆਪਣੀ ਬੇਟੀ ਦਾ ਸਰਟੀਫਿਕੇਟ ਦਿਓ। ਕਹਿੰਦਾ ਵੀ ਤੂੰ ਆਪਣੀ ਬੇਟੀ ਨੂੰ ਅੱਗੇ ਕੀ ਕਰਵਾਉਣਾ ਚਾਹੁੰਦਾ? ਉਹ ਕਹਿੰਦਾ ਜੀ ਮੇਰੇ 'ਚ ਇੰਨੀ ਹੈਸੀਅਤ ਹੈ ਨਹੀਂ ਵੀ ਇਹਨੂੰ ਅੱਗੇ ਪੜ੍ਹਾ ਲਾਂ, ਮੇਰੇ ਕੋਲ ਤਾਂ ਥੋੜ੍ਹੇ ਬਹੁਤੇ ਪੈਸੇ ਹੈਗੇ ਆ, ਥੋੜ੍ਹੇ ਬਹੁਤੇ ਲੋਕਾਂ ਤੋਂ ਫੜ ਦੜ ਕੇ ਮੈਂ ਤਾਂ ਵਿਆਹ ਕਰ ਦੇਣਾ। ਪਰ ਬੇਟੀ ਲਾਇਕ ਬਹੁਤ ਹੀ ਇੰਟੈਲੀਜੈਂਟ ਬਹੁਤ ਸੀ ਉਹ। ਪ੍ਰਿੰਸੀਪਲ ਸਾਹਿਬ ਕਹਿੰਦੇ ਵੀ ਮੈਂ ਇਹਨੂੰ ਅੱਗੇ ਪੜ੍ਹਾਊਂਗਾ, ਕੋਈ ਗੱਲ ਨਹੀਂ, ਜਿੱਥੋਂ ਤੱਕ ਪੜ੍ਹ ਸਕਦੀ ਹੈ। ਉਹ ਬੇਟੀ ਲਾਇਕ ਹੋਣ ਦੇ ਨਾਂ 'ਤੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਕੇ ਕਿਤੇ ਨਾ ਕਿਤੇ ਪਰਮਾਤਮਾ ਨੇ ਸਮਾਂ ਲੈ ਕੇ ਆਂਦਾ ਉਹ ਧੀ ਦਾ, ਵੀ ਉਹ ਬੇਟੀ ਜੱਜ ਬਣ ਗਈ। ਜਦੋਂ ਉਹ ਬੇਟੀ ਜੱਜ ਬਣੀ ਤਾਂ ਪ੍ਰਿੰਸੀਪਲ ਸਾਹਿਬ ਨੇ ਸੋਚਿਆ ਵੀ ਕਾਲਜ ਦਾ ਨਾਂ ਚੱਲਿਆ ਇੱਕ, ਵੀ ਇਸ ਕਾਲਜ ਤੋਂ ਬੇਟੀ ਪੜ੍ਹ ਕੇ ਗਈ ਆ ਵੀ ਉਹ ਜੱਜ ਬਣੀ ਹੈ ਨਾ। ਉਹ ਕਹਿੰਦੇ ਵੀ ਆਪਾਂ ਬੇਟੀ ਦਾ ਕਾਲਜ ਦੀ ਸਟੇਜ 'ਤੇ ਸਨਮਾਨ ਕਰਾਂਗੇ
ਪੇਰੈਂਟਸ ਸੱਦਾਂਗੇ, ਟੀਚਰ ਸਾਹਿਬਾਨਾਂ ਨੂੰ ਅੱਗੇ ਬਿਠਾਵਾਂਗੇ, ਇਲਾਕੇ ਦੇ 5 ਸਰਪੰਚ ਵੀ ਸੱਦਾਂਗੇ, ਇਹ ਆਪਣਾ ਨਾਮ ਬਣੂਗਾ ਹਨਾ ਵੀ ਕਾਲਜ ਦਾ ਨਾਮ ਬਹੁਤ ਵੱਡਾ ਬਣ ਗਿਆ। ਉਹਨਾਂ ਨੇ ਜਦੋਂ ਬੇਟੀ ਦਾ ਮਾਣ ਸਨਮਾਨ ਕੀਤਾ ਤਾਂ ਪ੍ਰਿੰਸੀਪਲ ਸਾਹਿਬ ਨੇ ਪੀਐਨ ਨੂੰ ਇੱਕ ਕੁਐਸਚਨ ਕੀਤਾ, ਕਹਿੰਦਾ ਜੀ ਤੁਹਾਡੀ ਬੇਟੀ ਅੱਜ ਜੱਜ ਬਣੀ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਆ? ਉਹ ਕਹਿੰਦਾ ਜੀ ਮੈਂ ਤਾਂ ਸਾਰੀ ਜ਼ਿੰਦਗੀ ਗੁਲਾਮੀ 'ਚ ਕੱਢਦੀ, ਕਿਤੇ ਟੀਚਰਾਂ ਨੂੰ ਪਾਣੀ ਫੜਾ ਦੇਣਾ, ਕਿਤੇ ਕਾਗਜ਼ ਪੱਤਰ ਫੜਾ ਦੇਣੇ, ਅੱਜ ਵਾਹਿਗੁਰੂ ਨੇ ਕਿਰਪਾ ਕੀਤੀ ਹੈ। ਕਹਿੰਦਾ ਵੀ ਅੱਜ ਜਿਹੜਾ ਪਰ ਕਹਿੰਦਾ ਵੀ 30-32 ਸਾਲ ਪੁਰਾਣਾ ਸੱਚ ਹੈ ਨਾ, ਬੇਟੀ ਦੇ ਬਚਪਨ ਦਾ ਸੱਚ ਆ, ਕਹਿੰਦਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਅੱਜ। ਇਹ ਸੱਚ ਮੈਨੂੰ ਪਤਾ ਹੈ, ਮੇਰੇ ਘਰ ਵਾਲੀ ਨੂੰ ਪਤਾ ਹੈ, ਤੇ ਜਾਂ ਮੇਰੇ ਉਸ ਵਾਹਿਗੁਰੂ ਨੂੰ ਪਤਾ ਹੈ, ਸੱਚ ਮੇਰੀ ਧੀ ਨੂੰ ਵੀ ਨਹੀਂ ਪਤਾ ਜਿਹੜੀ ਅੱਜ ਜੱਜ ਬਣੀ ਆ। ਉਹ ਫਿਰ ਉੱਥੇ ਦੱਸਦਾ, ਕਹਿੰਦਾ ਮੈਂ ਸੱਚ ਕਹਾਣੀ ਦੱਸਦਾ ਹਾਂ, ਮੈਂ ਸੱਚ ਕਹਾਣੀ ਦੱਸਦਾ ਹਾਂ ਤੇ ਧੀਆਂ ਕਰਕੇ ਵਸਦਾ ਹਾਂ। ਇਹ ਰੱਬ ਵੱਲ ਮੂੰਹ ਕਰ ਹੱਸਦੀ ਸੀ ਤੇ ਗੂਠਾ ਜਾਂਦੀ ਚੱਬੀ ਸੀ, ਆ ਜਿਹੜੀ ਧੀ ਮੇਰੀ ਅੱਜ ਜੱਜ ਬਣੀ, ਇਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ। ਕਹਿੰਦਾ ਫਿਰ ਮੈਂ ਸੋਚਿਆ ਜੇ ਇਹ ਬੇਟੀ ਕੁੱਤਿਆਂ ਦੇ ਮੂੰਹ ਆ ਜਾਂਦੀ, ਫਿਰ ਮੈਂ ਸੋਚਿਆ ਜੇ ਇਹ ਬੇਟੀ ਕੁੱਤਿਆਂ ਦੇ ਮੂੰਹ ਆ ਜਾਂਦੀ, ਉਹਨਾਂ ਨੋਚ ਦੇਣਾ ਸੀ ਕਮਲੀ ਨੂੰ ਤੇ ਹੋ ਜਾਣੀ ਸੀ ਜਾ ਜਾਂਦੀ, ਉਹਨਾਂ ਮਾਸ ਵੀ ਇਹਦਾ ਖਾਣਾ ਸੀ ਤੇ ਨਾ ਕੋਈ ਛੱਡਣੀ ਹੱਡੀ ਸੀ, ਆ ਜਿਹੜੀ ਧੀ ਮੇਰੀ ਅੱਜ ਜੱਜ ਬਣੀ, ਇਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ। ਕਹਿੰਦਾ ਇਹਨਾਂ ਲੋਕਾਂ ਨੂੰ ਪਰਖ ਨਹੀਂ, ਨਾ ਫੁੱਲਾਂ ਦੀ ਨਾ ਕੰਡਿਆਂ ਦੀ, ਮੈਂ ਜ਼ਮੀਰਾਂ ਦੀ ਗੱਲ ਨਹੀਂ ਕਰਨੀ, ਇੱਥੇ ਸੋਚ ਹੀ ਮਰ ਗਈ ਬੰਦਿਆਂ ਦੀ, ਜੇ ਪੁੱਤ ਹੁੰਦਾ ਤਾਂ ਕਿਉਂ ਸੁੱਟਦੇ, ਇਹ ਗੱਲ ਦਿਲ ਮੇਰੇ ਤੇ ਵਜੀ ਸੀ, ਆ ਜਿਹੜੀ ਧੀ ਮੇਰੀ ਅੱਜ ਜੱਜ ਬਣੀ, ਇਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ। ਕਹਿੰਦਾ ਫਿਰ ਕੱਬਰ ਵੱਛੇ ਪਿੰਡ ਲੈ ਆਇਆ, ਸਭ ਘਰ ਵਾਲੀ ਨੂੰ ਦੱਸਿਆ ਸੀ, ਉਹਨੇ ਦੁੱਧ ਪਲਾਇਆ ਜਾਦੇ ਨੂੰ, ਰੱਬ ਲੱਕੀ ਸ਼ਾਹ ਦਾ ਹੱਸਿਆ ਸੀ, ਉਹ ਫਿਰ ਮੱਲ ਮਲਾਈ ਪੈਰਾਂ ਤੇ ਲੱਤਾਂ ਮਾਰ ਕੇ ਰਗੜੀ ਅੱਡੀ ਸੀ, ਆ ਜਿਹੜੀ ਧੀ ਮੇਰੀ ਅੱਜ ਜੱਜ ਬਣੀ, ਇਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ, ਇਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ। ਬਹੁਤ ਖੂਬਸੂਰਤ, ਬਹੁਤ ਇਸਲਾਮ ਬਣਦਾ ਤੁਹਾਨੂੰ, ਬਹੁਤ ਸੋਹਣਾ ਤੁਸੀਂ ਲਿਖਦੇ ਹੋ। ਸੋ ਤੁਸੀਂ ਇੱਕ ਤੁਹਾਡੀ ਕਿਤਾਬ ਆਈ ਕਬਰਾਂ ਵਿੱਚੋਂ ਉੱਠਿਆ ਵਾਰਸ, ਕਬਰਾਂ ਚ ਉੱਠਿਆ ਵਾਰਸ, ਹਾਂ। ਸੋ ਬਹੁਤ ਖੂਬਸੂਰਤ ਸੀ ਉਹ ਕਿਤਾਬ, ਹੈ ਨਾ। ਸੋ ਪਹਿਲਾਂ ਤਾਂ ਇਹ ਨਾਮ ਕਿਉਂ ਦਿੱਤਾ ਹੈ ਵਾਲਾ ਕਬਰਾਂ ਚ ਉੱਠਿਆ ਵਾਰਸ? ਇਹ ਨਾਮ ਅਸੀਂ ਮੈਂ ਖੁਦ ਹੀ ਦਿੱਤਾ ਇਹ ਨਾਮ ਵੀ ਕਿਤਾਬ ਨੂੰ। ਵੈਸੇ ਪਹਿਲਾਂ 4-5 ਨਾਮ ਸਿਲੈਕਟ ਕੀਤੇ ਸੀ, ਹੈ ਨਾ, ਮੈਨੂੰ ਲੱਗਾ ਵੀ ਰੱਖਣਾ ਚਾਹੀਦਾ। ਉਹ ਸ਼ੇਅਰ ਤੁਹਾਡੇ ਮੈਂ ਰੂਬਰੂ ਕਰਦਾ, ਜਿਹੜਾ ਕਬਰਾਂ ਵਿੱਚੋਂ ਉੱਠਿਆ ਵਾਰਸ ਉਹਦੇ ਬਾਰੇ। ਕਹਿੰਦਾ ਕਬਰਾਂ ਵਿੱਚੋਂ ਉੱਠਿਆ ਵਾਰਸ ਤੇ ਅੱਜ ਰੋਇਆ ਭੁੱਬਾ ਮਾਰ, ਲੱਚਰਤਾ ਵਿੱਚ ਫਸਿਆ ਵੇਖ ਪੰਜਾਬੀ ਸੱਭਿਆਚਾਰ, ਬੁੱਲੇ ਸ਼ਾਹ ਨੇ ਚੁੱਪ ਧਾਰ ਲਈ ਵੇਖ ਕੇ ਇਸ਼ਕ ਮਜਾਜੀ, ਜਿਹਨੇ ਕਦੇ ਮਨਾਇਆ ਸੀ ਗਲੀਆਂ ਵਿੱਚ ਨੱਚ ਕੇ ਯਾਰ। ਖਾਨ ਸਾਹਿਬ ਤੇ ਆਲਮ ਲੋਹਾਰ ਜੀ ਹੱਸੇ ਨਾਲੇ ਰੋਏ, ਭੂਤਾਂ ਵਾਂਗੂ ਪਾਉਣ ਤਮੱਚੜ ਅੱਜ ਕੱਲ੍ਹ ਦੇ ਕਲਾਕਾਰ। ਕੱਚਿਆਂ ਉੱਤੇ ਤਰਨ ਵਾਲੀ ਸੋਹਣੀ ਵੀ ਵਿਲਕਣ ਲੱਗੀ, ਜਦੋਂ ਟਕੇ ਨੂੰ ਵਿਕਦੀ ਵੇਖੀ ਉਹਨੇ ਅੱਜ ਮੁਟਿਆਰ। ਭਗਤ ਸਿੰਘ ਨੇ ਆਪਣੀ ਮੌਤ ਦਾ ਆਪੇ ਸੋਗ ਮਨਾਇਆ, ਹਰ ਇੱਕ ਇਨਕਲਾਬੀ ਹੋ ਗਿਆ ਨਸ਼ਿਆਂ ਦਾ ਸ਼ਿਕਾਰ। ਸਰਵਣ ਪੁੱਤ ਨੇ ਹੱਥ ਜੋੜ ਕੇ ਖੜਕੇ ਕਰੀਆਂ ਅਰਜ਼ਾਂ, ਹਰ ਘਰ ਦੇ ਵਿੱਚ ਘਟ ਚੱਲਿਆ ਏ ਮਾਪਿਆਂ ਦਾ ਸਤਿਕਾਰ। ਡੱਬਾਂ ਦੇ ਨਾਲ ਮੌਤਾਂ ਟੰਗ ਕੇ ਸ਼ਰੇਆਮ ਤੁਰੇ ਫਿਰਦੇ, ਹਰ ਘਰ ਦੇ ਵਿੱਚ ਸੋਗ ਪਾਉਣ ਲਈ ਵੱਧ ਤੋਂ ਵੱਧ ਹਥਿਆਰ। ਪਰ ਲੱਕੀ ਸ਼ਾਹ ਦੀ ਰੱਬਾ ਤੇਰੇ ਅੱਗੇ ਦੁਆ ਹੈ ਇੱਕੋ, ਗੱਭਰੂ ਪੁੱਤ ਦੀ ਅਰਥੀ ਦਾ ਨਾ ਬਾਪੂ ਚੱਕੇ ਪਾਰ, ਗੱਭਰੂ ਪੁੱਤ ਦੀ ਅਰਥੀ ਦਾ ਨਾ ਬਾਪੂ ਚੱਕੇ ਪਾਰ। ਬਿਲਕੁਲ। ਸੋ ਬਹੁਤ ਹੀ ਅਕਸਰ ਅਸੀਂ ਜਦੋਂ ਗੀਤ ਸੁਣਦੇ ਹਾਂ, ਹਨਾ, ਸੋ ਉਹਨਾਂ ਨੂੰ ਇੰਨਾ ਅਸੀਂ ਹਿੱਟ ਕਰ ਦਿੰਦੇ ਹਾਂ, ਰਾਤੋਂ ਰਾਤ ਉਹ ਸਟਾਰ ਬਣ ਜਾਂਦੇ ਨੇ। ਸੋ ਇਹ ਸਟਾਰ ਅਸਲੀ ਹੀਰੇ ਤਾਂ ਇਹ ਬੈਠੇ ਹੋਏ ਨੇ ਪਿੰਡਾਂ 'ਚ ਲੁਕੇ ਹੋਏ ਹੀਰੇ, ਜਿਨ੍ਹਾਂ ਨੇ ਆਪਣੀ ਕਲਮ ਦੇ ਰਾਹੀਂ ਖੁਦ ਆਪਣਾ ਨਾਮ ਬਣਾਇਆ ਹੁੰਦਾ ਤੇ ਉਸ ਤੋਂ ਬਾਅਦ ਦਿਨ ਰਾਤ ਕਰਕੇ ਇਹ ਬੰਦੇ ਉੱਠਦੇ ਨੇ। ਸੋ ਬਹੁਤ ਸੋਹਣਾ ਤੁਸੀਂ ਲਿਖਦੇ ਹੋ, ਹਨਾ। ਤੋ ਕਦੇ ਪਿੱਛੇ ਨਾ ਰਹੋ, ਅੱਗੇ ਆਇਓ, ਇਸੇ ਤਰ੍ਹਾਂ ਚੱਲਦੇ ਹੀ ਰਹੋ, ਕਿਉਂਕਿ ਜਿਸ ਹਿਸਾਬ ਨਾਲ ਤੁਹਾਡੀ ਕਲਮ ਅਸੀਂ ਸੁਣਦੇ ਹਾਂ, ਸੋ ਵੱਡੇ ਕਲਾਕਾਰਾਂ ਤੱਕ ਤੁਸੀਂ ਜ਼ਰੂਰ ਪਹੁੰਚਣ ਦੀ ਕੋਸ਼ਿਸ਼ ਕਰਿਓ, ਆਪਣੇ ਜਿਹੜੇ ਗੀਤ ਹੈ, ਹਨਾ, ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕਰਿਓ, ਕਿਉਂਕਿ ਤੁਹਾਡੀ ਕਲਮ ਬਹੁਤ ਖੂਬਸੂਰਤ ਹੈ, ਕਿਉਂਕਿ ਸੱਚਾਈ ਬਿਆਨ ਕਰਦੀ ਹੈ। ਕਦੇ ਕੋਸ਼ਿਸ਼ ਕੀਤੀ ਕਿ ਇਸ ਬੰਦੇ ਨੂੰ ਆਪਣਾ ਗੀਤ ਦੇਣਾ, ਕਦੇ ਉਹਨੂੰ ਮਿਲੇ ਹੋਵੋ? ਕੋਸ਼ਿਸ਼ ਹੁੰਦੀ ਆ। ਜਦੋਂ ਮੈਂ ਸਿੱਪੀ ਗੱਲ ਨੂੰ ਗੀਤ ਦਿੱਤਾ ਸੀ, ਵੈਸੇ ਉਹਨਾਂ ਨੂੰ ਮੈਂ ਸੁਣਦਾ ਹੁੰਦਾ ਸੀ, ਕਿਉਂਕਿ ਦੇਬੀ ਭਾਈ ਦਾ ਪਹਿਲਾ ਗੀਤ ਗਾਇਆ ਸੀ ਉਹਨਾਂ ਨੇ। ਮੈਨੂੰ ਆਏ ਸੀ ਯਾਰ ਇਹ ਬੰਦਾ ਮੇਰਾ ਗੀਤ ਕਰੇ। ਮੈਂ ਫੋਨ ਕੀਤਾ, ਇੱਕ ਸਾਡਾ ਮੇਰਾ ਫਰੈਂਡ ਆ, ਬਹੁਤ ਵਧੀਆ ਫਰੈਂਡ ਆ ਮੇਰਾ, ਰਿੱਕਾ ਭਾਜੀ, ਉਹ ਬੱਬੂ ਮਾਨ ਦੀ ਨਾਲ ਫਿਲਮ ਦੇ ਹਸ਼ਰ ਫਿਲਮ ਦੇ ਵਿੱਚ ਸੀ, ਉਹਨਾਂ ਨੇ ਮੇਰਾ ਗੀਤ ਕਰਵਾਇਆ ਸੀ। ਉਹ ਡਾਇਰੈਕਟਲੀ ਮੇਰੇ ਇਹਨਾਂ ਕੋਲੇ ਲੈ ਕੇ ਆਏ। ਤੁਸੀਂ ਬਲੀਵ ਕਰਿਓ, ਮੈਂ 7 ਵਜੇ ਸਿੱਪੀ ਗੱਲ ਨੂੰ ਗੀਤ ਸੁਣਾਉਣ ਲੱਗਾ ਸੀ, 7 ਵਜੇ, ਸਾਨੂੰ ਰਾਤ ਨੂੰ 11:30 ਵੱਜ ਗਏ ਸੀ। ਬਸ 2 ਵਾਰਾਂ ਚਾਹ ਪੀਤੀ ਅਸੀਂ, ਗੀਤ ਹੀ ਸੁਣਾਈ ਗਿਆ। ਪਰ ਇੱਕ ਗੀਤ ਉਹਨਾਂ ਨੇ ਸਿਲੈਕਟ ਕੀਤਾ ਸੀ, ਕਹਿੰਦਾ ਲੱਕੀ ਆਹ ਗੀਤ ਮੈਨੂੰ ਦੇ ਤੂੰ, ਮੈਨੂੰ ਮੈਂ ਗੀਤ ਕਰਨਾ, ਹੈ ਨਾ। ਅਤੇ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੇ ਮੇਰਾ ਗੀਤ ਕੀਤਾ, ਮੈਨੂੰ ਖੁਸ਼ੀ ਵੀ ਹੋਈ ਯਾਰ, ਜਿਹੜੇ ਬੰਦੇ ਨੂੰ ਨਿਸ਼ਾਨਾ ਕੀਤਾ ਸੀ ਅਸੀਂ, ਉਹਨੇ ਇੱਕ ਸਾਡਾ ਗੀਤ ਕਰਤਾ ਨਾ। ਅਤੇ ਗੀਤ ਬਹੁਤ ਲੋਕਾਂ ਨੇ ਸੁਣਿਆ। ਕਿਹੜਾ ਗੀਤ ਸੀ? ਨੀ ਤੂੰ ਚੁਣ ਚੁਣ ਗੱਭਰੂ ਮਾਰਦੀ ਐ, ਤੇਰੇ ਹੁਸਨ ਕੋਲ ਹਥਿਆਰ ਬੜੇ, ਫਲਾਵਰ ਕੈਸਟ ਦੇ ਵਿੱਚ ਗੀਤ ਆਇਆ ਸੀ ਉਹ 2013 ਦੇ ਵਿੱਚ। 2013 ਦੇ ਵਿੱਚ ਲੰਬਾ ਸਮਾਂ ਹੋ ਗਿਆ ਤੁਹਾਨੂੰ ਲਿਖਦਿਆਂ ਨੂੰ, ਹਨਾ। ਸੋ ਕਦੇ ਇਦਾਂ ਹੋਇਆ ਕਿ ਮੈਂ ਬਹੁਤ ਸਾਰੇ ਮਾਵਾਂ ਦੇ ਉੱਪਰ ਗੀਤ ਲਿਖੇ ਨੇ, ਧੀਆਂ ਦੇ ਉੱਪਰ ਵੀ ਲਿਖੇ ਨੇ, ਕਿਸਾਨਾਂ ਦੇ ਉੱਪਰ ਵੀ ਲਿਖ ਚੁੱਕੇ ਨੇ, ਹਰ ਇੱਕ ਚੀਜ਼ ਦੇ ਉੱਪਰ ਤੁਸੀਂ ਗੀਤ ਜਿਹੜੇ ਲਿਖ ਲਏ, ਹਨਾ। ਤੇ ਜਦੋਂ ਬੰਦਾ ਨਾ ਬਹੁਤ ਚੰਗਾ ਲਿਖਣਾ ਸ਼ੁਰੂ ਕਰ ਦਿੰਦਾ ਨਾ, ਉਦੋਂ ਹੱਥ ਪੱਲੇ ਕੁਛ ਨਾ ਪਵੇ, ਫਿਰ ਉਹ ਸੋਚਦਾ ਕਿ ਛੱਡ ਯਾਰ, ਕੁਛ ਏਦਾਂ ਦਾ ਲਿਖ ਲਈ ਕਿ ਨਾਮ ਬਣ ਜੇ। ਕਦੇ ਕੀ ਕੀਤਾ ਏਦਾਂ?
ਇਹ ਸਮਾਂ ਆ ਰਿਹਾ ਕਿਉਂਕਿ ਇਹ ਰੰਗਲੇ ਸਰਦਾਰ ਮੁੰਡੇ ਕੰਮ ਕਰਦਾ ਮੈਂ ਇਹਨਾਂ ਨਾਲ ਜੀ ਬਿਲਕੁਲ ਲੋਕ ਉਹਨਾਂ ਨੂੰ ਸੁਣਦੇ ਆ ਜੀ ਬਹੁਤ ਵਧੀਆ ਲੋਕਾਂ ਨੂੰ ਸੁਣਾਉਂਦੇ ਉਹ ਲੋਕ ਚੰਗਾ ਸੁਣਦੇ ਚੰਗਾ ਅਸੀਂ ਸੁਣਾ ਨਹੀਂ ਰਹੇ ਸਿਰਫ ਬਹੁਤ ਵਧੀਆ ਆਜ਼ਮ ਖਾਨ ਹੈ ਮਨਿੰਦਰ ਬਰਾੜ ਹੈ ਸਬਰ ਸਿੰਘ ਖੋਕਰ ਜਸਕਰਨ ਗਿੱਲ ਵਧੀਆ ਟੀਮਾਂ ਰੰਗਲੇ ਸਰਦਾਰਾਂ ਦੀ ਵਿਆਹਾਂ ਦੇ ਵਿੱਚ ਵੀ ਬਹੁਤ ਵਧੀਆ ਗਾਉਂਦੇ ਆ ਠੀਕ ਆ ਅਕਸਰ ਵਿਆਹਾਂ ਦੇ ਵਿੱਚ ਆਪਾਂ ਸੁਣਦੇ ਆ ਵੀ ਡੀਜੇ ਤੇ ਨੱਚੀ ਜਾਂਦੇ ਲੋਕ ਜਾਂ ਇਦਾਂ ਦੇ ਕਲਾਕਾਰ ਲਾ ਲੈਂਦੇ ਆ ਜਾਂ ਹਨਾ ਵੀ ਨਹੀਂ ਸੁਣਦੇ ਆ ਲੋਕ ਬਹੁਤ ਵਧੀਆ ਮੈਨੂੰ ਲੱਗਦਾ ਉਹਨਾਂ ਦਾ ਕੰਮ ਲੱਗਦਾ ਸੋਹਣਾ ਗਾਉਂਦੇ ਆ ਤੇ ਉਹਨਾਂ ਨੂੰ ਵੀ ਲੋਕ ਸੁਣਦੇ ਆ ਸਤਿੰਦਰ ਸਰਤਾਜ ਆ ਲੋਕ ਉਹਨਾਂ ਨੂੰ ਵੀ ਸੁਣਦੇ ਆ ਕਿਉਂਕਿ ਚੰਗੀ ਚੀਜ਼ ਨੂੰ ਲੋਕ ਸੁਣਦੇ ਆ ਪਰ ਸੁਣਦੇ ਉਹ ਆ ਜਿਨ੍ਹਾਂ ਨੂੰ ਉਸ ਚੀਜ਼ ਬਾਰੇ ਪਤਾ ਹਾਂਜੀ ਜੀ ਜੀ ਬਿਲਕੁਲ ਇਹ ਤਾਂ ਤੁਸੀਂ ਇੱਕ ਸੱਚਾਈ ਹੈ ਨਾ ਦੱਸੀ ਵਾਕਈ ਰੰਗਲੇ ਸਰਦਾਰਾਂ ਦੀ ਮੈਂ ਇੰਟਰਵਿਊ ਕੀਤੀ ਸੀ ਜਦੋਂ ਹਨਾ ਮੁੰਡੇ ਗਾਉਂਦੇ ਬਹੁਤ ਸੋਹਣਾ ਹੈ ਬਹੁਤ ਸਾਰਾ ਢੇਰ ਹੁਣ ਪਿਆਰ ਵੀ ਉਹ ਲੈ ਰਹੇ ਨੇ ਸਾਰਿਆਂ ਦੇ ਕੋਲੋਂ ਹਨਾ ਸੋ ਬਹੁਤ ਸਾਰੇ ਚੈਨਲਾਂ ਨੇ ਉਹਨਾਂ ਦੀ ਇੰਟਰਵਿਊ ਵੀ ਕੀਤੀ ਹੈ ਸੋ ਉਹ ਰੰਗਲੇ ਸਰਦਾਰ ਗਾਉਣਗੇ ਤੁਹਾਡੀ ਕਲਮ ਹੋਏਗੀ ਤਾਂ ਮੈਂ ਕਹਿੰਦੀ ਮਾਸ਼ਾਅੱਲਾ ਕਿਆ ਬਾਤਾਂ ਹੋ ਜਾਣਗੀਆਂ ਕਿਉਂਕਿ ਉਹਨਾਂ ਦੀ ਆਵਾਜ਼ ਬਹੁਤ ਖੂਬਸੂਰਤ ਹੈ ਸਾਰਿਆਂ ਦੀ ਉਹ ਮੁੰਡੇ ਲਿਖਦੇ ਵੀ ਬਹੁਤ ਸੋਹਣਾ ਨੇ ਤੇ ਗਾਉਂਦੇ ਵੀ ਬਹੁਤ ਸੋਹਣਾ ਨੇ ਹਨਾ ਆਪਸ ਵਿੱਚ ਬੜੀ ਸੋਹਣੀ ਉਹਨਾਂ ਦੀ ਚਾਰਾਂ ਪੰਜਾਂ ਦੀ ਜੋੜੀ ਹੈ ਹਨਾ ਸੋ ਇਸੇ ਤਰ੍ਹਾਂ ਉਹ ਵੀ ਅੱਗੇ ਵਧਦੇ ਜਾਣ ਤੇ ਤੁਹਾਡੀ ਕਲਮ ਵੀ ਇਸੇ ਤਰ੍ਹਾਂ ਅੱਗੇ ਵਧਦੀ ਜਾਵੇ ਤੁਸੀਂ ਜ਼ਰੂਰ ਅੱਗੇ ਇਸੇ ਤਰ੍ਹਾਂ ਹੀ ਤਰੱਕੀਆਂ ਮਾਣੋ ਤੇ ਚੰਗੀ ਚੀਜ਼ ਨੂੰ ਸੁਣਨਾ ਵੀ ਸਾਡੇ ਲਈ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਸੋ ਕੁਝ ਹੋਰ ਸੁਣਾਉਂਦੇ ਚਲੋ ਫਿਰ ਆਪਾਂ ਇੱਥੇ ਜਿਹੜੀ ਇੰਟਰਵਿਊ ਸਮਾਪਤ ਕਰਾਂਗੇ ਜੀ ਹਾਂਜੀ ਕਲਾਕਾਰੀ ਬਾਰੇ ਜੀ ਕਲਾਕਾਰੀ ਬਾਰੇ ਅੱਜ ਦੀ ਕਲਾਕਾਰੀ ਬਾਰੇ ਮੈਂ ਤੁਹਾਨੂੰ ਦੱਸਦਾ ਕਹਿੰਦਾ ਕਈ ਬੇਸੁਰੇ ਬੇਤਾਲੇ ਗਾਇਕ ਟੇਪ ਕਰਨ ਨੂੰ ਕਾਲੇ ਗਾਇਕ ਨੰਗ ਪਾਉਣਾ ਲੱਚਰਤਾ ਗਾਉਂਦੇ ਸੱਭਿਆਚਾਰ ਦੇ ਰਖਵਾਲੇ ਗਾਇਕ ਹਰ ਪਿੰਡ ਦੇ ਵਿੱਚ ਦੋ ਗਵਾਈਏ ਫਿਰਦੇ ਆਲੇ ਦੁਆਲੇ ਗਾਇਕ ਜੀ ਕਰਦਾ ਮੈਂ ਸਾਰੇ ਫੜ ਕੇ ਕਰਦਿਆਂ ਪੁਲਿਸ ਹਵਾਲੇ ਗਾਇਕ ਤੇ ਲੱਕੀ ਸ਼ਾਕੀ ਨੂੰ ਕਿਹਨੂੰ ਫੜ ਗਏ ਹੋ ਗਏ ਨੇ ਹੁਣ ਵਾਲੇ ਗਾਇਕ ਕਲਾਕਾਰ ਵਾਲੇ ਹੋਏ ਪਏ ਆ ਤੇ ਬਈ ਮੈਂ ਇਹੀ ਗੱਲ ਕਹਿੰਦਾ ਲੋਕਾਂ ਨੂੰ ਵੀ ਤੁਸੀਂ ਚੰਗਾ ਸੁਣੋ ਕਿਉਂਕਿ ਕਿਸੇ ਨਾ ਲੈਕਚਰ ਦੇ ਵਿੱਚ ਅਮਰੀਕਾ ਦਾ ਇੱਕ ਬੰਦਾ ਸੀ ਉਹਨੇ ਦੱਸਿਆ ਸੀ ਉਹ ਕਹਿੰਦਾ ਵੀ ਤੁਸੀਂ ਮੈਨੂੰ ਕਿਸੇ ਵੀ ਕੰਟਰੀ ਦੇ ਗੀਤ ਸੁਣਾ ਦਿਓ ਕਿਸੇ ਵੀ ਦੇਸ਼ ਦੇ ਤੁਸੀਂ ਮੈਨੂੰ ਗੀਤ ਸੁਣਾ ਦਿਓ ਮੈਂ ਉਹ ਦੇਸ਼ ਦਾ ਭਵਿੱਖ ਦੱਸ ਦੂੰਗਾ ਗੀਤ ਭਵਿੱਖ ਹੁੰਦੇ ਆ ਜੀ ਬਿਲਕੁਲ ਹੁਣ ਸਾਡੇ ਗੀਤ ਕੀ ਆ ਸਾਡਾ ਭਵਿੱਖ ਕੀ ਆ ਦੱਸਣ ਦੀ ਲੋੜ ਨਹੀਂ ਠੀਕ ਹੈ ਜੀ ਸਾਡੇ ਗੀਤ ਹਥਿਆਰਾਂ ਤੇ ਆ ਉਹ ਕੁਛ ਹੋ ਰਿਹਾ ਸਾਡੇ ਗੀਤ ਕੁੜੀਆਂ ਦੇ ਅੰਗਾਂ ਤੇ ਆ ਉਹ ਕੁਛ ਹੋ ਰਿਹਾ ਸਾਡੇ ਗੀਤ ਹੀ ਭਵਿੱਖ ਆ ਸਾਰਾ ਕੁਝ ਗੀਤ ਆ ਗੀਤ ਇੱਕ ਛੋਟੀ ਫਿਲਮ ਹੁੰਦੀ ਆ ਇਹ ਨਹੀਂ ਵੀ ਹਾਂ ਗੀਤ ਸ਼ੁਰੂ ਕਿੱਥੋਂ ਹੋਇਆ ਖਤਮ ਕਿੱਥੇ ਹੋਇਆ ਜਿੱਥੋਂ ਸ਼ੁਰੂ ਹੋਇਆ ਜਿਹੜੇ ਮੁੱਦੇ ਤੇ ਸ਼ੁਰੂ ਹੋਇਆ ਲਾਸਟ ਤੇ ਉਹ ਮੁੱਦੇ ਤੇ ਖਤਮ ਹੋਣਾ ਚਾਹੀਦਾ ਉਹ ਗੀਤ ਹੁੰਦਾ ਇੱਕ ਸਟੋਰੀ ਹੁੰਦੀ ਹੈ ਗੀਤ ਇੱਕ ਕਹਾਣੀ ਹੁੰਦੀ ਆ ਇਹ ਨਹੀਂ ਵੀ ਹਾਂ ਕੋਈ ਚੱਕਰ ਨਹੀਂ ਦੱਬੀ ਆਉ ਨਹੀਂ ਗੀਤ ਤਾਂ ਬਹੁਤ ਮਹਿੰਗੀ ਚੀਜ਼ ਆ ਜਿਹੜੇ ਗੀਤਾਂ ਦਾ ਮੁੱਲ ਜਾਣਦੇ ਆ ਜੀ ਬਿਲਕੁਲ ਜੀ ਤੇ ਤੁਹਾਡਾ ਇੱਕ ਧੀਆਂ ਦੇ ਵਾਲਾ ਵੀ ਮੈਨੂੰ ਸਪੈਸ਼ਲੀ ਕਿਹਾ ਸੀ ਰੰਗਲੇ ਸਰਦਾਰਾਂ ਨੇ ਜ਼ਰੂਰ ਸੁਣਿਓ ਤੁਸੀਂ ਹਨਾ ਸੋ ਜ਼ਰੂਰ ਸੁਣਾ ਦਿਓ ਜੀ ਧੀ ਬਣੀ ਜੱਜ 2 ਆ ਜੀ ਉਹ ਧੀ ਬਣੀ ਜੱਜ ਨੂੰ ਬਹੁਤ ਪਿਆਰ ਮਿਲਿਆ ਉਮੀਦ ਆ ਵੀ ਇਸ ਨੂੰ ਪਿਆਰ ਮਿਲੂਗਾ ਉਹ ਸਟੋਰੀ ਕੀ ਆ ਉਹ ਇੱਕ ਨਾ ਬਹੁਤ ਗਰੀਬ ਕਿਸਾਨ ਆ ਕੋਈ ਜਿਹਦੇ ਕੋਲੇ ਮੰਨ ਕੇ ਚਲੋ ਵੀ ਪੈਲੀ ਵੀ ਹੈ ਨਹੀਂ 2 ਬੇਟੀਆਂ ਉਹਦੇ ਉਹ ਦਿਹਾੜੀ ਕਰਦਾ ਮਤਲਬ ਵੀ ਆਹ ਜ਼ਿਮੀਂਦਾਰ ਹੋਣ ਦੇ ਨਾਤੇ ਉਹਨੇ ਕਿਤੇ ਆਪਣੀ ਵਾਈਫ ਨੂੰ ਕਹਿਣਾ ਵੀ ਜਿਹੜੀ ਕੁੜੀ ਆਪਣੀ 10ਵੀਂ ਕਲਾਸ 'ਚ ਪੜ੍ਹਦੀ ਇਹਦੀ ਥਾਂ ਤੇ ਮੁੰਡਾ ਹੁੰਦਾ ਅੱਧੀ ਕਬੀਲਦਾਰੀ ਨਿਬੇੜਦਾ ਹੈ ਨਾ 2-250 ਮੈਂ ਲੈ ਕੇ ਆਉਣਾ 2-250 ਇਹ ਲੈ ਕੇ ਆਉਂਦਾ ਉਹ ਜਿਹੜੀ ਧੀ ਸੀ ਨਾ ਉਹ ਸਾਰੀਆਂ ਗੱਲਾਂ ਨੋਟ ਕਰਦੀ ਹੁੰਦੀ ਸੀ ਕਿਉਂਕਿ ਇੰਟੈਲੀਜੈਂਟ ਬਹੁਤ ਸੀ ਉਹ ਤੇ ਕਿਸੇ ਦੇ ਲਾਹੇ ਲੀੜੇ ਪਾ ਕੇ ਜਾਣੇ ਉਹਨਾਂ ਨੇ ਪੈਰਾਂ 'ਚ ਚੱਪਲਾਂ ਪਾ ਕੇ ਜਾਣੀਆਂ ਸਕੂਲਾਂ ਦੇ ਵਾਲਿਆਂ ਨੇ ਵੀ ਡਾਂਟਣਾ ਵੀ ਤੁਸੀਂ ਕੀ ਹੈ ਨਾ ਕਰਦੇ ਹੋ ਪਰ ਸਮਾਂ ਲੰਘਿਆ ਥੋੜ੍ਹਾ ਜਿਹਾ ਲੰਘਿਆ ਤੇ ਉਹ ਕੁੜੀ ਜਦੋਂ +2 ਦੇ ਵਿੱਚ ਹੋਈ ਨਾ ਤੇ +2 ਦੇ ਵਿੱਚੋਂ ਜਦੋਂ ਰਿਜ਼ਲਟ ਆਇਆ ਤਾਂ ਲੋਕ ਉਹ ਜ਼ਿਮੀਂਦਾਰ ਦੇ ਘਰੇ ਵਧਾਈਆਂ ਦੇਣ ਗਏ ਵੀ ਤੇਰੀ ਧੀ ਨੇ ਸਾਡੇ ਪਿੰਡ ਦਾ ਨਾਂ ਚਮਕਾਤਾ ਵੀ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਤੇ ਆਈ ਆ ਉਹ ਮਾਣ ਮਹਿਸੂਸ ਹੋਇਆ ਨਗਰ ਨੂੰ ਤੇ ਉਹਦੇ ਘਰ ਵਾਲੀ ਕਹਿੰਦੀ ਵੀ ਆਹ ਲੋਕ ਵੀ ਆਈਲੈਟਸ ਜਿਹਾ ਕਰੀ ਜਾਂਦੇ ਆ ਤੇ ਆਪਾਂ ਵੀ ਕਰਾ ਦਈਏ ਉਹ ਕਹਿੰਦਾ ਕਮਲਗੇ ਤੜਕੇ ਰੋਟੀ ਖਾ ਲੈਨੇ ਹੱਥ ਨੇ ਫਿਕਰ ਹੁੰਦਾ ਤੇ ਆਪਾਂ ਇਹਨੂੰ ਆਈਲੈਟਸ ਕਿੱਥੋਂ ਕਰਾ ਦੇਂਗੇ ਤਾਂ ਅਮੀਰਾਂ ਦੀਆਂ ਗੱਲਾਂ ਨੇ ਹਨਾ ਉਹ ਕਹਿੰਦੀ ਵੀ ਜਿਨ੍ਹਾਂ ਦੇ ਘਰੇ ਤੂੰ ਕੰਮ ਕਰਦਾ ਕਿੰਨੇ ਸਾਲ ਹੋ ਗਏ ਤੈਨੂੰ ਉਹਨਾਂ ਨੂੰ ਪੁੱਛ ਲਾ ਉਹ ਬੰਦਾ ਥੋੜਾ ਜਿਹਾ ਸਰਦਾਰ ਸੀ ਬੰਦਾ ਇੱਕ ਸਰਦਾਰ ਹੁੰਦੇ ਆ ਪੈਸੇ ਦੇ ਇੱਕ ਸਰਦਾਰ ਹੁੰਦੇ ਆ ਦਿਲਾਂ ਦੇ ਉਹ ਦਿਲ ਦਾ ਸਰਦਾਰ ਸੀ ਬੰਦਾ ਉਹ ਕਹਿੰਦਾ ਚੱਲ ਕੋਈ ਨਹੀਂ ਮੇਰੀ ਧੀ ਵੀ ਜਾਂਦੀ ਆ ਕੋਈ ਗੱਲ ਨਹੀਂ ਨਾਲ ਹੀ ਬਹਿ ਜਾ ਕਰੇ ਫੀਸ ਮੈਂ ਭਰ ਦੂੰਗਾ ਜਿਹੜੀ ਉਹ ਬੰਦੇ ਦੀ ਬੇਟੀ ਸੀ ਉਹਨੂੰ ਤਾਂ ਹਜੇ 5 ਬੈਂਡ ਰਹਿ ਗਏ ਜਿਹੜੀ ਉਹ ਗਰੀਬ ਕਿਸਾਨ ਦੀ ਧੀ ਸੀ ਉਹਨੇ ਫਿਰ 7.5 ਬੈਂਡ ਲਏ ਰਿਸ਼ਤੇ ਆਉਣ ਲੱਗ ਗਏ ਲੋਕਾਂ ਦੇ ਰਿਸ਼ਤੇ ਆਉਣ ਬਈ ਅਸੀਂ ਪੈਸੇ ਲਾਉਣੇ ਆ 20 ਲੱਖ ਲਾਉਣੇ 15 ਉਹ ਕਹਿੰਦੀ ਨਹੀਂ ਮੈਂ ਆਈ ਜਾਣਾ ਉਹ ਜਿਹੜਾ ਸਰਦਾਰ ਸੀ ਬੰਦਾ ਉਹ ਕਹਿੰਦਾ ਤੇਰੀ ਧੀ ਕੀ ਤੇ ਮੇਰੀ ਕੀ ਕੋਈ ਗੱਲ ਨਹੀਂ ਘਰ ਦੇ ਪੈਸੇ ਮੈਂ ਲਾਉਣਾ ਜਦੋਂ ਉਹਦੇ 2 ਬੇਟੀਆਂ ਸੀ ਨਾ ਲੋਕਾਂ ਨੇ ਉਹਨੂੰ ਕਹਿਣਾ ਫਲਾਣੇ ਥਾਂ ਬਾਬਾ ਪੁੱਛਾਂ ਦਿੰਦਾ ਉੱਥੇ ਜਾ ਵੜੋ ਉਹ ਮੁੰਡੇ ਦੇ ਦਿੰਦਾ ਉੱਥੇ ਜਾ ਕੇ ਕਹਿੰਦਾ ਬਾਬਾ ਕਹਿੰਦਾ 5100 ਲੱਗੂ ਉਹ ਕਹਿੰਦਾ ਪਤੰਦਰਾ ਮੇਰੇ ਕੋਲ ਤਾਂ 100 ਰੁਪਏ ਫੜ ਕੇ ਲਿਆ ਕਰਾਇਆ ਵੀ ਹੈ ਨਹੀਂ ਕਹਿੰਦਾ ਫਿਰ ਲਈ ਵੀ ਕੀ ਬੈਠਾ ਕਿਉਂਕਿ ਹਰੇਕ ਜਦੋਂ ਗਰੀਬੀ ਹੁੰਦੀ ਹੈ ਨਾ ਬੰਦਾ ਬਹੁਤ ਕੁਛ ਉਹਨੂੰ ਸੁਣਨਾ ਵੀ ਪੈਂਦਾ ਸਹਿਣਾ ਵੀ ਪੈਂਦਾ ਤੇ ਜਦੋਂ ਉਹ ਕੁੜੀ ਟੋਰਾਂਟੋ ਗਈ ਨਾ ਪਹੁੰਚ ਗਈ
2 ਕੁ ਸਾਲਾਂ ਬਾਅਦ 2.5 ਸਾਲਾਂ ਬਾਅਦ ਆਪਦੇ ਬਾਪ ਨੂੰ ਫੋਨ ਲਾਇਆ, ਕਹਿੰਦੀ ਹੈਲੋ ਪਾਪਾ। ਆਂਦਾ ਹਾਂ ਪੁੱਤ ਰੋਟੀ ਪਾਣੀ ਖਾ ਲਿਆ। ਉਹ ਫਿਰ ਉੱਥੇ ਦੱਸਦੀ ਹੈ, ਕਹਿੰਦੀ ਦੱਸੇ ਤੇਰੀ ਧੀ ਬਾਪੂ ਖੁਸ਼ਖਬਰੀ, ਬੋਲ ਸੀ ਸ਼ਰੀਕਾਂ ਦੇ ਵੇ ਸਾਨੂੰ ਡੰਗ ਦੇ, ਤੂੰ ਵੀ ਆਖਦਾ ਹੁੰਦਾ ਸੀ ਤੇਰੇ ਪੁੱਤ ਹੈ ਨਹੀਂਗਾ, ਆ ਤੇਰੀ ਧੀ ਹੋ ਗਈ ਪੱਕੀ ਤੂੰ ਵਧਾਈਆਂ ਵੰਡ ਦੇ, ਆ ਤੇਰੀ ਧੀ ਹੋ ਗਈ ਪੱਕੀ ਤੂੰ ਵਧਾਈਆਂ ਵੰਡ ਦੇ। ਕਹਿੰਦੀ ਬਣ ਕੇ ਰਹੀ ਤੂੰ ਹੁਣ ਰਾਜਾ ਬਾਬਲਾ, ਬਹੁਤ ਵੇ ਗਰੀਬੀ ਦੇ ਦੁਪਹਿਰੇ ਕੱਟ ਲਏ, ਬਹੁਤ ਲੋਕਾਂ ਦੇ ਤੂੰ ਕੀਤੀਆਂ ਦਿਹਾੜੀਆਂ, ਬੜੇ ਮਾਂ ਨੇ ਵੀ ਲੋਕਾਂ ਦੇ ਬੰਬਲ ਵੱਟ ਲਏ, ਚਿੱਟੇ ਪਾ ਕੇ ਰਹੀ ਪੂਰੀ ਠਾਠ ਬਾੜਨਾ, ਬਹੁਤ ਪਾਟੇ ਖੱਦਰ ਹੰਡਾਈ ਚੰਮ ਤੇ, ਤੂੰ ਵੀ ਆਖਦਾ ਹੁੰਦਾ ਸੀ ਤੇਰੇ ਪੁੱਤ ਹੈ ਨਹੀਂਗਾ, ਤੇਰੀ ਧੀ ਹੋ ਗਈ ਪੱਕੀ ਤੂੰ ਵਧਾਈਆਂ ਵੰਡ ਦੇ। ਸੋ ਲੱਕੀ ਸ਼ਾ ਇੱਕ ਸਵਾਲ ਹੋਰ ਜ਼ਰੂਰ ਪੁੱਛਣਾ ਚਾਹਾਂਗੀ, ਬੰਦਾ ਕਾਮਯਾਬ ਹੋ ਜਾਂਦਾ, ਤੁਸੀਂ ਕਾਮਯਾਬ ਜਦੋਂ ਹੋ ਜਾਓਗੇ ਤਾਂ ਕੀ ਕਰਨਾ ਚਾਹੋਗੇ? ਉਦੋਂ ਮੇਰਾ ਇੱਕ ਸੁਪਨਾ ਜੀ, ਜਿਹੜੇ ਲੋਕ ਮੇਰੇ ਮਾੜੇ ਸਮੇਂ 'ਚ ਕੰਮ ਆਉਂਦੇ ਰਹੇ, ਮੇਰੇ ਮਾੜੇ ਸਮੇਂ ਨੂੰ ਆਪਦਾ ਮਾੜਾ ਸਮਾਂ ਸਮਝਦੇ ਰਹੇ, ਉਹਨਾਂ ਲੋਕਾਂ ਨੂੰ ਮੈਂ ਆਪਦੇ ਬਰਾਬਰ ਕਰੂੰਗਾ। ਕਿਉਂਕਿ ਮੈਂ ਇਹ ਨਹੀਂ ਚਾਹੁੰਦਾ ਕਿ ਕਾਮਯਾਬ ਲੋਕ ਮੇਰੇ ਦੋਸਤ ਬਣਨ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹੁੰਦਾ ਕਿ ਮੇਰੇ ਸਾਰੇ ਦੋਸਤ ਕਾਮਯਾਬ ਹੋ ਜਾਣ। ਮੈਂ ਉਹਨਾਂ ਨੂੰ ਆਪਦੇ ਬਰਾਬਰ ਕਰਨਾ ਚਾਹੁੰਦਾ, ਉਹਨਾਂ ਨੂੰ ਆਪਦੀ ਬਰਾਬਰੀ ਦੇਖਣਾ ਚਾਹੁੰਦਾ, ਜਿੱਥੇ ਮੈਂ ਹੋਵਾਂ ਉੱਥੇ ਉਹ ਮੇਰੇ ਨਾਲ ਹੋਣ। ਹਾਂਜੀ, ਕੀ ਬਾਤ ਹੈ ਜੀ। ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਵੇੜੇ ਪਹੁੰਚੋ, ਢੇਰ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਨੇ। ਇਸੇ ਤਰ੍ਹਾਂ ਆਪਣੀ ਕਲਮ ਨੂੰ ਬੁਲੰਦ ਰੱਖਿਓ, ਇਸੇ ਤਰ੍ਹਾਂ ਗਾਉਂਦੇ ਰਹੀਓ, ਵਜਾਉਂਦੇ ਰਹੀਓ, ਛਾਉਂਦੇ ਰਹੀਓ। ਸੋ ਇਸੇ ਤਰ੍ਹਾਂ ਹੀ ਆਪਣੀ ਕਲਮ ਨੂੰ ਰੱਖਿਓ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਥੈਂਕ ਯੂ ਜੀ। ਸੋ ਬਿਲਕੁਲ ਜੇ ਸਨ ਸਾਡੇ ਨਾਲ ਲੱਕੀ ਸ਼ਾਹ ਹੋਣੀ ਤੇ ਢੇਰ ਸਾਰੀਆਂ ਗੱਲਾਂ ਬਾਤਾਂ ਅਸੀਂ ਇਹਨਾਂ ਦੇ ਨਾਲ ਕੀਤੀਆਂ ਨੇ। ਸੋ ਬਹੁਤ ਸਾਰੀ ਸੋਹਣੀ ਕਲਮ ਹੈ, ਚਪੜਾਸੀ, ਜੱਜ, ਧੀ ਹਨਾ, ਧੀ ਬਣੀ ਜੱਜ, ਫਸਟ ਸੈਕੰਡ ਪਾਰਟ ਅਸੀਂ ਸੁਣਿਆ। ਸੋ ਇਮੋਸ਼ਨਲ ਮੈਂ ਵੀ ਹੋਈ ਹੈ ਕਿਉਂਕਿ ਇੱਕ ਰਿਐਲਿਟੀ ਸੀ, ਉਹ ਬੜੀ ਵਧੀਆ ਸੱਚਾਈ ਸੀ। ਹਰ ਧੀ ਨਾਲ ਜੁੜੇ ਹੋਇਆ ਕਿ ਸੱਚ ਹੁੰਦਾ ਹੈ। ਸੋ ਸੱਚ ਨੂੰ ਜੋ ਵੀ ਸੁਣਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਸ ਇੰਟਰਵਿਊ 'ਚ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। 20-25 ਮਿੰਟ ਦੀ ਜਿਹੜੀ ਇੰਟਰਵਿਊ ਹੈ, ਇਹ ਜਿੰਨੀ ਵੀ ਤੁਸੀਂ ਸੁਣੋਗੇ ਤੁਹਾਡਾ ਸਮਾਂ ਜਿਹੜਾ ਬਿਲਕੁਲ ਬਰਬਾਦ ਨਹੀਂ ਹੋਵੇਗਾ। ਤੁਸੀਂ ਇਸ ਨੂੰ ਸੁਣ ਕੇ ਕਹੋਗੇ ਕਿ ਵਾਕਈ ਇਸ ਇੰਟਰਵਿਊ ਦੇ ਵਿੱਚ ਅਸੀਂ ਕੁਝ ਸਿੱਖਿਆ। ਤੇ ਹੁਣ ਤੁਹਾਡੇ ਤੋਂ ਜ਼ਰੂਰ ਅਸੀਂ ਲਵਾਂਗੇ ਆਗਿਆ। ਕੈਮਰਾਮੈਨ ਗਗਨ ਤੇ ਦਰਸ਼ੀ ਦੇ ਨਾਲ ਮਨਦੀਪ ਕੌਰ ਸੰਧੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।